ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਧੰਨ ਸ੍ਰੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਇਸ ਦੇ ਉੱਪਰ ਗੁਰਬਾਣੀ ਦੇ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਆਓ ਥੋੜ੍ਹਾ ਜਿਹਾ ਆਪਾਂ ਦੇਖੀਏ ਕਿ ਇਹਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋ ਸਵਾਲ ਜਿਹੜੇ ਹਨ ਸਾਰਿਆਂ ਸਾਹਮਣੇ ਰੱਖੇ ਆ। ਪਹਿਲਾ ਕੀ ਹੈ ਵੀ ਕਿਵ ਸਚਿਆਰਾ ਹੋਈਏ, ਕਹਿੰਦੇ ਦੱਸੋ ਇਨਸਾਨ ਕਿਸ ਤਰ੍ਹਾਂ ਸੱਚਾ ਹੋ ਸਕਦਾ। ਅਤੇ ਦੂਸਰਾ ਕਹਿੰਦੇ ਕਿਵ ਕੂੜੇ ਟੁੱਟੇ ਪਾਲ, ਕਹਿੰਦੇ ਕਿਸ ਤਰ੍ਹਾਂ ਇਹ ਝੂਠ ਦੀ ਜਿਹੜੀ ਹੈ ਨਾ ਦੀਵਾਰ ਹੈ ਇਹ ਟੁੱਟੇ, ਜਿਹੜੀ ਅਸੀਂ ਖੜੀ ਕੀਤੀ ਹੈਗੀ ਆ। ਸੋ ਆਓ ਥੋੜ੍ਹਾ ਜਿਹਾ ਆਪਾਂ ਨਾ ਅਗਰ ਬਰੀਕੀ ਨਾਲ ਦੇਖੀਏ ਕਿ ਜਿਵੇਂ ਗੁਰਬਾਣੀ ਕਹਿੰਦੀ ਆ ਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਿਰ ਗਈ ਭੂਮ ਬੇਕਾਰ, ਕਹਿੰਦੇ ਦੇਖੋ ਇੱਕ ਬੜੀ ਸੁੰਦਰ ਬੂੰਦ ਨਿਰਮਲ ਹੈ ਜਿਹਦੇ ਵਿੱਚ ਕੋਈ ਮੈਲ ਨਹੀਂ, ਭਾਵ ਕਿ ਇੱਕ ਆਤਮਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਿਰ ਗਈ ਭੂਮ ਬੇਕਾਰ, ਕਿਸੇ ਬੇਕਾਰ ਭੂਮੀ 'ਤੇ ਡਿੱਗ ਪਵੇ, ਬੱਜਰ ਭੂਮੀ 'ਤੇ ਡਿੱਗ ਪਵੇ, ਭਾਵ ਕਿ ਆਤਮਾ ਉਸ ਘਰ ਦੇ ਵਿੱਚ ਜਨਮ ਲਵੇ ਜਿਸ ਘਰ ਦੇ ਵਿੱਚ ਅਧਿਆਤਮਕ ਨਾਂ ਦੀ ਜਿਹੜੀ ਹੈ ਨਾ ਕੋਈ ਗੱਲ ਨਹੀਂ ਹੈ, ਕੋਈ ਸੰਬੰਧ ਨਹੀਂ ਹੈ, ਭਾਵ ਕਿ ਪਰਿਵਾਰ ਦੇ ਅੰਦਰ ਵਾਹਿਗੁਰੂ ਜੀ ਦੇ ਪ੍ਰਤੀ ਕੋਈ ਜਿਹੜਾ ਹੈ ਨਾ ਸਨੇਹ ਨਹੀਂ ਹੈ, ਪਿਆਰ ਨਹੀਂ ਹੈ, ਜਿਹਨੂੰ ਅਸੀਂ ਗੁਰਬਾਣੀ ਕਹਿੰਦੀ ਕਬੀਰ ਜੈ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਸਹਾਏ, ਭਾਵ ਕਿ ਉਸ ਮਾਹੌਲ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਅਗਰ ਕਿਸੇ ਰੂਹ ਦਾ ਜਨਮ ਹੋ ਜਾਵੇ ਤਾਂ ਫਿਰ ਕਹਿੰਦੇ ਕੀ ਹੁੰਦਾ, ਬਿਨ ਸੰਗਤ ਇਉਂ ਮਾਨ ਹੀ ਹੋਈ ਗਈ ਪਟਸ਼ਾਰ। ਦੇਖੇ ਕਹਿੰਦੇ ਸੰਗਤ ਤੋਂ ਬਿਨਾਂ, ਸਤ ਸੰਗਤ ਦੇ ਜਿਹੜੀ ਹੈ ਨਾ ਰੰਗਤ ਤੋਂ ਬਿਨਾਂ ਉਹ ਜਿਹੜੀ ਆਤਮਾ ਉਹ ਆਪਣਾ ਜੀਵਨ ਗਵਾ ਦਿੰਦੀ ਆ, ਪੱਟ ਹੋ ਜਾਂਦੀ, ਸਵਾਹ ਹੋ ਜਾਂਦੀ ਆ, ਹੋ ਗਈ ਪਟਸ਼ਾਰ। ਭਾਵ ਕਿ ਅਗਰ ਉਸ ਸੰਸਾਰ ਦੇ ਵਿੱਚ ਜਿਸ ਕਰਮ ਵਾਸਤੇ ਆਉਂਦੀ ਸੀ ਉਹ ਕਰਮ ਜਿਹੜਾ ਹੈ ਨਾ ਉਹ ਤੋਂ ਹੁੰਦਾ ਨਹੀਂ ਹੈ। ਜਿਉਂ ਕਹਿ ਲਓ ਕਿ ਉਹ ਭਾਗਹੀਣ ਰੂਹ ਹੈਗੀ ਆ ਜਿਹੜੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆ ਕੇ ਪਲਦੀ ਆ, ਵੱਡੀ ਹੁੰਦੀ ਆ ਅਤੇ ਇਹੋ ਜਿਹੇ ਸੰਸਕਾਰ ਮਿਲਦੇ ਆ। ਸੋ ਕਹਿਣ ਤੋਂ ਭਾਵ ਕੀ ਹੈ ਕਿ ਜੇ ਇਹੋ ਜਿਹੀਆਂ ਰੂਹਾਂ ਜਦੋਂ ਜਿਸ ਮਾਹੌਲ ਦੇ ਵਿੱਚ ਪਲਦੀਆਂ ਹਨ, ਫਿਰ ਇਸ ਮਾਹੌਲ ਦੇ ਵਿੱਚ ਹੈ ਕਿ ਝੂਠ ਦੀ ਕੰਧ ਦਿਨੋਂ ਦਿਨ ਜਿਹੜੀ ਹੈ ਨਾ ਉਸਰਨੀ ਸ਼ੁਰੂ ਹੁੰਦੀ ਹੈਗੀ ਆ, ਵੱਡੀ ਹੁੰਦੀ ਹੈ। ਇਹ ਜਿਹੜੀ ਝੂਠ ਦੀ ਕੰਧ ਹੈ ਜਿਹਨੂੰ ਗੁਰਬਾਣੀ ਦੇ ਅੰਦਰ ਭਾਲੂ ਦੀ ਰੇਤ ਦੀ ਕੰਧ ਵੀ ਕਹਿੰਦੇ ਆ। ਭਾਲੂ ਦਾ ਮਤਲਬ ਹੁੰਦਾ ਰੇਤ, ਰੇਤ ਦੀਆਂ ਕੰਧਾਂ। ਹੁਣ ਜਿਸ ਰੇਤ ਦੀਆਂ ਕੰਧਾਂ ਦਾ ਕੋਈ ਵਜੂਦ ਨਹੀਂ ਹੈ, ਬਸ ਦੇਖਣ ਨੂੰ ਭਾਸਦੀਆਂ ਹੈਗੀਆਂ। ਸੋ ਇਹ ਜਿਹੜੀ ਹੈ ਨਾ ਕੂੜ ਦੀ ਕੰਧ ਹੈਗੀ ਆ। ਪਹਿਲਾਂ ਆਪਾਂ ਇਹ ਥੋੜ੍ਹਾ ਜਿਹਾ ਦੇਖਦੇ ਹਾਂ ਵੀ ਇਹ ਖੜੀ ਕਿਵੇਂ ਹੁੰਦੀ ਆ। ਦੇਖੋ ਇਹਦੇ ਹੈ ਨਾ ਕਈ ਕਾਰਨ, ਇੱਕ ਨਹੀਂ ਅਨੇਕਾਂ ਕਾਰਨ ਆ, ਪਰ ਆਪਾਂ ਹੈ ਨਾ ਮੋਟੇ ਮੋਟੇ ਦੇ ਕਾਰਨ ਦੇਖਣੇ ਆ। ਪਹਿਲਾ ਕਾਰਨ ਕੀ ਹੈ ਕਿ ਪਰਿਵਾਰਕ ਮਾਣ, ਕਿ ਜਿਸ ਪਰਿਵਾਰ ਦੇ ਵਿੱਚ ਰੂਹ ਆਉਂਦੀ ਆ, ਅਗਰ ਉਸ ਪਰਿਵਾਰ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਜਿਹੜੇ ਹੈ ਨਾ ਕੁਛ ਐਸੇ ਸੰਬੰਧਾਂ ਦੇ ਨਾਲ ਜੁੜੇ ਹੋ ਆ ਜਿਹੜੇ ਆਪਣਾ ਆਪ ਥੋੜ੍ਹਾ ਬਹੁਤਾ ਪ੍ਰਭਾਵ ਇਸ ਸਮਾਜ ਦੇ ਵਿੱਚ ਰੱਖਦੇ ਆ, ਕੁਦਰਤੀ ਗੱਲ ਹੈ ਕਿ ਉਹਨਾਂ ਦਾ ਮਾਣ ਹੋ ਜਾਂਦਾ। ਜਿਉਂ ਕਹਿ ਲਓ ਅਗਰ ਥੋੜ੍ਹਾ ਵੱਡਾ ਪਰਿਵਾਰ ਹੈ, ਜਿਵੇਂ ਆਪਾਂ ਰਾਵਣ ਦੀ ਗੱਲ ਕਰਦੇ ਹਾਂ, ਰਾਵਣ ਦਾ ਪਰਿਵਾਰ ਤਾਂ ਬਹੁਤ ਵੱਡਾ ਸੀ। ਐਸਾ ਤਾਂ ਆਦਮੀ ਜਿਹੜਾ ਸੋਚ ਨਹੀਂ ਸਕਦਾ ਕਿ 1 ਲੱਖ ਪੂਤ 1.25 ਲੱਖ ਨਾਤੀ, ਉਹਦੇ ਹੁਣ 1 ਲੱਖ ਪੁੱਤਰ ਸੀ, 1.25 ਲੱਖ ਪੋਤਰਾ ਸੀਗਾ। ਪਰ ਇੱਥੇ ਆਪਾਂ ਥੋੜ੍ਹੀ ਹੈ ਨਾ ਕੁੱਲ ਦਾ ਦੇਖ ਲੈਂਦੇ ਹਾਂ ਕਿ ਜਿਵੇਂ ਕੁੱਲ ਹੈ ਤਾਏ ਚਾਚੇ, ਫਿਰ ਉਹ ਪਰਿਵਾਰ ਵੱਡਾ, ਫਿਰ ਉਹ ਜਾਣੀ ਪਰਿਵਾਰ ਦਾ ਇਉਂ ਕਹਿ ਲਓ ਕਿ ਜਿਵੇਂ ਖਲਾਰਾ ਜਿਹੜਾ ਹੈ ਨਾ ਵੱਡਾ ਹੈਗਾ। ਸੋ ਇਹੋ ਵੱਡੇ ਪਰਿਵਾਰ ਦਾ ਜਿਹੜਾ ਹੈ ਨਾ ਮਾਣ ਅਸੀਂ ਆਪਣੇ ਵਿੱਚ ਆਪਣੇ ਘਰ ਕਰ ਲੈਂਦੇ ਹਾਂ। ਇੱਕ ਤਾਂ ਇਹ ਹੈ ਨਾ ਝੂਠ ਦੀ ਕੰਧ ਜਿਹੜੀ ਹੈ ਨਾ ਖੜੀ ਕੰਧ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮਦਦ ਕਰਦੀਆਂ ਜਾਂ ਸਹਾਇਕ ਹੋ ਜਾਂਦੀਆਂ, ਜਾਂ ਉਹਦੇ ਵਿੱਚ ਆਪਣਾ ਜਿਹੜਾ ਹੈ ਨਾ ਯੋਗਦਾਨ ਪਾਉਂਦੀਆਂ ਕਿ ਝੂਠ ਦੀ ਕੰਧ ਖੜੀ ਕਿਵੇਂ ਕਰਨੀ ਹੈ। ਇੱਕ ਤਾਂ ਇਹ ਪਰਿਵਾਰ ਦਾ ਮਾਣ ਜਿਹੜਾ ਹੈ ਨਾ ਝੂਠ ਦੀ ਕੰਧ ਖੜੀ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦਾ। ਦੂਸਰਾ ਕੀ ਹੁੰਦਾ ਹੈਗਾ, ਅਗਰ ਉਸ ਪਰਿਵਾਰ ਦੇ ਵਿੱਚ ਥੋੜ੍ਹੀ ਆਰਥਿਕ ਸਾਧਨ ਥੋੜ੍ਹਾ ਜ਼ਿਆਦਾ ਹੋਵੇ, ਜਦ ਆਪਾਂ ਜਿਵੇਂ ਜ਼ਮੀਨ ਜਾਇਦਾਦ ਦਾ ਇਹ ਜ਼ਿਕਰ ਕਰਦੇ ਹਾਂ ਕਿ ਅਗਰ ਥੋੜ੍ਹੀ ਜ਼ਮੀਨ ਜਾਇਦਾਦ ਹੈਗੀ ਆ, ਥੋੜ੍ਹਾ ਜਿਹਾ ਹੋਰ ਇਸ ਤਰ੍ਹਾਂ ਦਾ ਧਨ ਦੌਲਤ ਲਾ ਲਓ, ਥੋੜ੍ਹਾ ਇਸ ਤਰ੍ਹਾਂ ਦਾ ਉਸ ਪਰਿਵਾਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਾਹਿਗੁਰੂ ਵੱਲੋਂ ਦਿੱਤੀਆਂ ਦਾਤਾਂ ਦਾ ਅਗਰ ਅਸੀਂ ਥੋੜ੍ਹਾ ਮਾਣ ਕਰ ਲੈਂਦੇ ਹਾਂ, ਧਨ ਦੌਲਤ ਦਾ ਜਾਂ ਜ਼ਮੀਨ ਜਾਇਦਾਦ ਦਾ ਮਾਣ ਕਰ ਲੈਂਦੇ ਹਾਂ, ਇਹ ਵੀ ਝੂਠ ਦੀ ਕੰਧ ਉਸਾਰਨ ਦੇ ਵਿੱਚ ਆਪਣੀ ਭੂਮਿਕਾ ਸਿੱਧੀ ਤੌਰ 'ਤੇ ਨਿਭਾ ਰਿਹਾ ਹੈਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਗਰ ਕਿਸੇ ਦਾ ਕੋਈ ਸਰਕਾਰੀ ਅਹੁਦਾ ਇਸ ਪਰਿਵਾਰ ਦੇ ਵਿੱਚ,
ਹੁਣ ਸਰਕਾਰੀ ਜਿਹੜੇ ਅਹੁਦੇ ਆ ਇਹ ਵੀ ਝੂਠ ਦੀ ਦੀਵਾਰ ਖੜੀ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਕਿ ਕਿਸੇ ਸਰਕਾਰੀ ਅਹੁਦੇ ਦਾ ਮਾਣ ਕਰ ਲਈਏ ਕਿ ਸਾਡੇ ਪਰਿਵਾਰ ਦੇ ਵਿੱਚ ਕੋਈ ਫਲਾਨਾ ਜੀਵ ਜਿਹੜਾ ਹੈ ਨਾ ਕਿਸੇ ਉੱਚੀ ਸਰਕਾਰੀ ਅਹੁਦੇ 'ਤੇ ਲੱਗਾ ਹੈਗਾ, ਸਾਨੂੰ ਉਹਦਾ ਮਾਣ ਹੈ। ਅਗਰ ਸਰਕਾਰੀ ਅਹੁਦਾ ਨਹੀਂ ਹੈ ਤਾਂ ਜਾਂ ਆਪਾਂ ਇਹ ਕਹ ਲਓ ਕਿ ਕਿਸੇ ਸਰਕਾਰੀ ਦਰਬਾਰ ਦਾ ਮਾਣ ਹੈਗਾ, ਕੋਈ ਸਾਡੇ ਰਿਸ਼ਤੇਦਾਰ ਜਾਂ ਗਾਂਹ ਤੋਂ ਗਾਂਹ ਅਗਰ ਕੋਈ ਐਸਾ ਵਿਅਕਤੀ ਹੈਗਾ ਜਿਹੜਾ ਕਿਸੇ ਸਰਕਾਰੀ ਦਰਬਾਰ ਦੇ ਵਿੱਚ ਜਿਹੜੀ ਥੋੜ੍ਹੀ ਬਹੁਤ ਚੱਲਦੀ ਹੋਵੇ, ਉਸ ਚੀਜ਼ ਦਾ ਅਸੀਂ ਮਾਣ ਕਰ ਲਈਏ। ਇਹ ਚੀਜ਼ਾਂ ਝੂਠ ਦੀ ਕੰਧ ਉਸਾਰਨ ਦੇ ਵਿੱਚ ਆਪਣੀਆਂ ਭੂਮਿਕਾ ਨਿਭਾਉਂਦੀਆਂ ਹੈਗੀਆਂ। ਇਸ ਤਰ੍ਹਾਂ ਥੋੜ੍ਹਾ ਜਿਹਾ ਆਪਾਂ ਇਸ ਰੂਹ ਦਾ ਦੇਖ ਲਈਏ ਕਿ ਅਗਰ ਇਸ ਰੂਹ ਨੂੰ ਵਾਹਿਗੁਰੂ ਨੇ ਆਪਣੀ ਬਖਸ਼ਿਸ਼ ਦਾ ਥੋੜ੍ਹਾ ਸੁੰਦਰ ਰੂਪ ਦੇ ਦਿੱਤਾ, ਸੁੰਦਰ ਥੋੜ੍ਹੀ ਜਵਾਨੀ ਦੇ ਦਿੱਤੀ ਆ, ਬਸ ਇਸ ਚੀਜ਼ ਦਾ ਗਰੂਰ ਹੋ ਜਾਂਦਾ। ਜਦੋਂ ਇਹ ਚੀਜ਼ ਦੀਆਂ ਨਾ ਗਰੂਰਾਂ ਹੋ ਜਾਂਦੀਆਂ, ਸਾਨੂੰ ਅੰਦਰ ਸਾਡੇ ਹਉਮੈ ਆ ਜਾਂਦੀ ਆ ਕਿ ਮੈਨੂੰ ਵਾਹਿਗੁਰੂ ਨੇ ਦੂਸਰਿਆਂ ਨਾਲੋਂ ਵਧੀਆ ਜਿਹੜਾ ਹੈ ਨਾ ਥੋੜ੍ਹਾ ਰੂਪ ਬਖਸ਼ਿਆ ਹੈਗਾ। ਬਸ ਇਹ ਚੀਜ਼ਾਂ ਵੀ ਝੂਠ ਦੀ ਭੂਮਿਕਾ ਦੀਵਾਰ ਖੜੀ ਕਰਨ ਦੇ ਵਿੱਚ ਹੈ ਨਾ ਹੋਰ ਸਹਾਇਕ ਹੁੰਦੀਆਂ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਗਰ ਕਿਸੇ ਦੇ ਵਿੱਚ ਹੈ ਨਾ ਥੋੜ੍ਹਾ ਜਿਹਾ ਸ੍ਰੇਸ਼ਟ ਗੁਣ ਆ ਜਾਵੇ ਜਾਂ ਉਹਨੂੰ ਕਿਸੇ ਪਰਿਵਾਰਕ ਗੁਣ ਦੇ ਵਿੱਚ ਜਾਂ ਕਿਸੇ ਹੋਰ ਗੁਣ ਦੇ ਵਿੱਚ ਥੋੜ੍ਹੀ ਬਹੁਤ ਸਹੂਲੀਅਤ ਹਾਸਲ ਹੋ ਜਾਵੇ, ਥੋੜ੍ਹਾ ਬਹੁਤ ਉਸ ਗੁਣ ਦੇ ਵਿੱਚ ਉਹ ਆਦਮੀ ਮਾਹਰ ਹੋ ਜਾਵੇ ਹੈ ਨਾ, ਅਤੇ ਉਹ ਸਮਝਦਾ ਹੈਗਾ ਕਿ ਜਿਹੜਾ ਗੁਣ ਮੇਰੇ ਕੋਲ ਹੈ ਦੂਸਰੇ ਕੋਲ ਹੈ ਨਹੀਂ। ਸੋ ਇਹ ਜਿਹੜਾ ਨਾ ਗੁਣ ਦਾ ਵੱਖਰਾਪਨ ਹੁੰਦਾ ਹੈਗਾ, ਇਹ ਵੀ ਝੂਠ ਦੀ ਦੀਵਾਰ ਉੱਚੀ ਕਰਨ ਦੇ ਵਿੱਚ ਭੂਮਿਕਾ ਨਿਭਾ ਦਿੰਦਾ ਹੈਗਾ। ਇਸ ਤਰ੍ਹਾਂ ਸਾਡੇ ਜਾਂ ਹੁਨਰ ਆ, ਕਿੱਤੇ ਆ, ਇਹ ਵੀ ਇਸ ਤਰ੍ਹਾਂ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਕਿ ਕੋਈ ਪਰਿਵਾਰਕ ਦੇ ਵਿੱਚ ਡਾਕਟਰ ਹੈਗਾ ਜਾਂ ਕੋਈ ਇੰਜੀਨੀਅਰ ਹੈਗਾ, ਕੁਛ ਇਸ ਤਰ੍ਹਾਂ ਦਾ ਕਿੱਤਾ ਜਾਂ ਉਸੇ ਰੂਹ ਦੇ ਵਿੱਚ ਹੈ ਜਾਂਦਾ, ਉਹਨੂੰ ਆਪਣੇ ਇਸ ਚੀਜ਼ ਦਾ ਮਾਣ ਹੋ ਜਾਂਦਾ ਕਿ ਮੇਰੇ ਵਰਗਾ ਇਲਾਕੇ ਦੇ ਵਿੱਚ ਡਾਕਟਰ ਨਹੀਂ ਜਾਂ ਮੇਰੇ ਵਰਗਾ ਕੋਈ ਮਕੈਨਿਕ ਇੰਜੀਨੀਅਰ ਨਹੀਂ ਹੈਗਾ। ਮੈਨੂੰ ਇਹ ਚੀਜ਼ਾਂ ਜਿਹੜੀਆਂ ਹਨ ਇਹ ਮੈਂ ਆਪਣੇ ਬਲਬੂਤੇ ਦੇ ਉੱਤੇ ਪੈਦਾ ਕੀਤੀਆਂ, ਮੈਨੂੰ ਮਿਲੀਆਂ ਹੈਗਾ। ਇਸ ਤਰ੍ਹਾਂ ਦੇ ਖਿਆਲ ਜਦੋਂ ਸਾਨੂੰ ਆਉਣ ਲੱਗ ਪੈਂਦੇ ਹੈ ਨਾ, ਇਹ ਚੀਜ਼ਾਂ ਸਾਰੀਆਂ ਝੂਠ ਦੀ ਦੀਵਾਰ ਨੂੰ ਉੱਚਾ ਕਰਨ ਦੇ ਵਿੱਚ ਭੂਮਿਕਾ ਆਪਣੀ ਅਦਾ ਕਰਦੀਆਂ ਹੈ। ਅਗਰ ਥੋੜ੍ਹਾ ਜਿਹਾ ਅਸੀਂ ਦੁਨਿਆਵੀ ਪੱਖ ਨੂੰ ਛੱਡ ਕੇ ਅਗਰ ਅਧਿਆਤਮਿਕ ਪੱਖ ਦੀ ਗੱਲ ਕਰ ਲਈਏ, ਜਿਵੇਂ ਕੋਈ ਤਪੱਸਿਆ ਕਰਦਾ, ਚਲੋ ਕਿਸੇ ਨੂੰ ਮੰਨ ਲਓ ਵੀ ਤਪੱਸਿਆ ਦੀ ਯੋਗਤੀ ਆ ਗਈ ਆ, ਸਾਧਨਾ ਕਰ ਰਿਹਾ ਹੈਗਾ, ਅਤੇ ਸਾਧਨਾ ਕਰਦੇ ਕਰਦੇ ਅਗਰ ਉਹਨੂੰ ਸਾਧਨਾ ਦਾ ਮਾਣ ਹੋ ਜਾਵੇ, ਕਿਉਂਕਿ ਸਾਧਨਾ ਜਿਹੜੀ ਹੈ ਨਾ ਪਹਿਲਾਂ ਤਾਂ ਆਦਮੀ ਜਿਹੜਾ ਹੈ ਨਾ ਜਦੋਂ ਸਾਧਨਾ ਕਰਦਾ ਸੁੱਤੇ ਸਿੱਧੀ ਉਹਨੂੰ ਇਸ ਚੀਜ਼ ਦੇ ਵਿੱਚ ਜਿਹੜੀ ਹਉਮੈ ਆਉਣ ਲੱਗ ਪੈਂਦੀ ਆ। ਜਿਵੇਂ ਆਪਾਂ ਦੇਖਦੇ ਹਾਂ ਕਿ ਰਾਵਣ ਹੋਇਆ, ਰਾਵਣ ਨੇ ਸਾਧਨਾ ਕੀਤੀ, ਹਰਨਾਕਸ਼ ਨੇ ਵੀ ਕੀਤੀ, ਕੰਸ ਨੇ ਵੀ ਕੀਤੀ, ਜਿੰਨੇ ਵੀ ਹੋਏ ਆ ਉਹਨੇ ਸਾਧਨਾ ਕੀਤੀ, ਲੇਕਿਨ ਇਹ ਸਾਧਨਾ ਉਹਨਾਂ ਨੂੰ ਹੰਕਾਰ ਦੇ ਰੂਪ ਦੇ ਵਿੱਚ ਲੈ ਗਈ ਆ। ਇਹ ਹੰਕਾਰ ਜਿਹੜਾ ਸੀਗਾ ਇਹ ਉਹਨਾਂ ਨੂੰ ਅਖੀਰ ਉਹਨਾਂ ਦੀ ਮੌਤ ਦਾ ਕਾਰਨ ਵੀ ਇਸੇ ਕਰਕੇ ਬਣਿਆ ਹੈਗਾ, ਕਿਉਂਕਿ ਹਰ ਜੀਓ ਹੰਕਾਰ ਨਾ ਪਾਵੇ। ਵਾਹਿਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਤਪੱਸਿਆ ਦੇ ਵਿੱਚ ਕਰਦਿਆਂ ਮਾਣ ਆ ਜਾਂਦਾ। ਜਾਂ ਚਾਹੀਦਾ ਤਾਂ ਇੱਦਾਂ ਸੀਗਾ ਕਿ ਅਸੀਂ ਜਦੋਂ ਬੰਦਗੀ ਕਰੀਏ ਆਪਣੇ ਆਪ ਨੂੰ ਅਸੀਂ ਮਿਟਾਉਣਾ ਸ਼ੁਰੂ ਕਰੀਏ, ਵਾਹਿਗੁਰੂ ਜੀ ਦੀ ਬੇਨਤੀ ਕਰਦੇ ਹਾਂ, ਪਰ ਅਸੀਂ ਆਪਣੇ ਆਪ ਨੂੰ ਮਿਟਾਇਆ ਨਹੀਂ, ਸਗੋਂ ਆਪਣੇ ਆਪ ਨੂੰ ਦੂਸਰਿਆਂ ਦੇ ਮੁਕਾਬਲੇ ਜ਼ਾਹਰ ਕੀਤਾ ਹੈਗਾ। ਅੱਗੇ ਤੋਂ ਅੱਗੇ ਕਿਸੇ ਦਾ ਹੱਕ ਮਾਰਨ ਦਾ ਜਿਹੜਾ ਹੈ ਨਾ ਸਾਡੇ ਅੰਦਰ ਜੋ ਪ੍ਰਬਲ ਇੱਛਾ ਪੈਦਾ ਹੋ ਜਾਂਦੀ ਆ, ਇਹ ਜਿਹੜੀ ਹੈ ਨਾ ਪ੍ਰਬਲ ਇੱਛਾ ਹੈਗੀ ਆ ਕਿਸੇ ਦਾ ਉਹਦਾ ਕਿ ਮੈਂ ਕੋਈ ਮਹਾਤਮਾ ਹੈਗੇ ਆ, ਮੈਂ ਤਪੱਸਿਆ ਕਰਕੇ ਉਹਦੇ ਬਰਾਬਰ ਪਹੁੰਚਾਂ, ਜਾਂ ਇਸ ਤਰ੍ਹਾਂ ਇਹੋ ਜਿਹੇ ਖਿਆਲ ਜਦੋਂ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ, ਇਹ ਚੀਜ਼ਾਂ ਜਿਹੜੀਆਂ ਹਨ ਇਹ ਵੀ ਝੂਠ ਦੀ ਕੰਧ ਨੂੰ ਵੱਡਾ ਕਰਨ ਦੇ ਵਿੱਚ ਹੈ ਨਾ ਆਪਣੀ ਭੂਮਿਕਾ ਸਿੱਧੇ ਤੌਰ 'ਤੇ ਨਿਭਾਉਂਦੀਆਂ ਹੈ। ਇਸੇ ਤਰ੍ਹਾਂ ਅਗਰ ਅਸੀਂ ਦੇਖਦੇ ਹਾਂ ਯੋਗ ਦੇ ਅੰਦਰ ਸ਼ਕਤੀਆਂ ਆ ਜਾਂਦੀਆਂ, ਰਿੱਧੀਆਂ ਸਿੱਧੀਆਂ ਆ ਗਈਆਂ, ਜਿਵੇਂ ਯੋਗੀਆਂ ਦੇ ਅੰਦਰ ਜਿਹੜੀਆਂ ਆ ਗਈਆਂ। ਹੁਣ ਗੋਰਖਨਾਥ ਦੇ ਯੋਗੀ ਜਦੋਂ ਨੇ 9 ਨਿਧੀਆਂ 18 ਸਿੱਧੀਆਂ ਦੇ ਵਿੱਚੋਂ ਕੁਛ ਚੀਜ਼ਾਂ ਪ੍ਰਾਪਤ ਹੋਈਆਂ, ਉਹ ਵੀ ਆਪਣੇ ਆਪ ਦੇ ਵਿੱਚ ਇੰਨੇ ਹੰਕਾਰੀ ਹੋ ਗਏ ਕਿ ਆਪਣੇ ਬਲਬੂਤੇ ਜ਼ੋਰ ਦੇ ਨਾਲ ਉਹਨਾਂ ਨੇ ਗ੍ਰਸਤੀ ਲੋਕਾਂ ਤੋਂ ਆਪਣੀ ਮਨਮਰਜ਼ੀ ਕਰਾਉਣੀ ਸ਼ੁਰੂ ਕਰ ਦਿੱਤੀ ਸੀ। ਆਪਣੇ ਜ਼ੋਰ ਦੇ ਬਲ ਦੇ ਨਾਲ ਉਹਨਾਂ ਨੂੰ ਆਪਣੇ ਚੇਲੇ ਬਣਾਉਣਾ ਜਾਂ ਉਹਨਾਂ ਦੀ ਆਰਥਿਕ ਲੁੱਟ ਖਸੁੱਟ ਕਰਨੀ, ਇਹ ਚੀਜ਼ਾਂ ਜਿਹੜੀਆਂ ਹਨ ਇਹ ਯੋਗ ਬਲ ਦੇ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ। ਭਾਵ ਕੀ ਹੈ, ਕਿਸੇ ਨੂੰ ਇਹਨਾਂ ਚੀਜ਼ਾਂ ਦੇ ਡਰ ਦੇ ਨਾਲ ਦਬਾ ਦੇਣਾ। ਇਹ ਵੀ ਚੀਜ਼ ਝੂਠ ਦੀ ਕੰਧ ਨੂੰ ਵੱਡਾ ਕਰਨ ਦੇ ਵਿੱਚ ਆਪਣੀ ਖਾਸ ਭੂਮਿਕਾ ਨਿਭਾਉਂਦੀ ਹੈਗੀ ਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇ ਸਾਨੂੰ ਫਰਜ਼ ਕਰੋ ਕਿਸੇ ਵੇਦ ਸ਼ਾਸਤਰਾਂ ਦਾ ਜਾਂ ਧਾਰਮਿਕ ਪੁਸਤਕਾਂ ਦਾ ਜ਼ਿਆਦਾ ਗਿਆਨ ਹੋ ਜਾਵੇ, ਅਸੀਂ ਆਪਣੇ ਆਪ ਨੂੰ ਮਹਾਨ ਪੰਡਤ ਸਮਝ ਲਈਏ, ਮਹਾਨ ਵਿਦਵਾਨ ਜਾਣ ਲਈਏ, ਇਹ ਵੀ ਜਿਹੜੀ ਹੈ ਨਾ ਸਾਡੇ ਵਿੱਚ ਹਉ ਆ ਜਾਂਦੀ, ਹਉਮੈ ਆ ਜਾਂਦੀ ਆ। ਇਹ ਵਿਦਿਆ ਦਾ ਹੰਕਾਰ, ਇਹ ਵੀ ਇਸ ਝੂਠ ਦੀ ਕੰਧ ਨੂੰ ਉੱਚਾ ਕਰਨ ਦੇ ਵਿੱਚ ਹੈ ਨਾ ਆਪਣੀ ਭੂਮਿਕਾ ਜਿਹੜੀ ਹੈ ਨਾ ਸਿੱਧੇ ਤੌਰ 'ਤੇ ਨਿਭਾ ਦਿੰਦਾ ਹੈਗਾ। ਜਾਂ ਇਉਂ ਕਹਿ ਲਓ ਕਿ ਅਗਰ ਕਿਸੇ ਰੂਹ ਦਾ ਕਿਸੇ ਚੰਗੀ ਕੁੱਲ ਦੇ ਵਿੱਚ, ਉੱਚੀ ਕੁੱਲ ਦੇ ਵਿੱਚ ਜਨਮ ਹੋ ਜਾਣਾ, ਜਿਵੇਂ ਗੁਰਬਾਣੀ ਕਹਿ ਕੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ,
ਠੀਕ ਹੈ। ਅਗਰ ਕੋਈ ਆਦਮੀ ਸੋਹਣਾ ਹੋਵੇ, ਉੱਚੀ ਕੁਲ ਦੇ ਵਿੱਚ, ਉੱਚੀ ਕੁਲ ਦਾ ਮਾਣ ਹੋ ਜਾਣਾ ਵੀ ਮੇਰੀ ਕੁਲ ਬੜੀ ਉੱਚੀ ਹੈਗੀ ਆ, ਅਤੇ ਇਹ ਵੀ ਜਿਹੜੀ ਉੱਚੀ ਕੁਲ ਹੈ ਇਹ ਵੀ ਝੂਠ ਦੀ ਕੰਧ ਨੂੰ ਪੱਠੇ ਪਾਉਂਦੀ ਹੈਗੀ ਆ, ਉਹਨੂੰ ਇਹ ਅੱਗੇ ਤੋਂ ਅੱਗੇ ਜਿਹੜੀ ਹੈ ਨਾ ਵਧਾ ਦਿੰਦੀ ਹੈਗੀ ਆ। ਸੋ ਅਗਰ ਕੋਈ ਆਦਮੀ ਜ਼ਿਆਦਾ ਚਤਰ ਹੋਵੇ, ਸਿਆਣਪ ਵਾਲਾ ਹੋਵੇ, ਚੰਗੀ ਕੋਈ ਯੋਜਨਾ ਜਾਂ ਜਗਾੜ ਲਗਾ ਸਕਦਾ ਹੋਵੇ, ਉਹ ਕਹਿ ਸਕਦਾ ਹੈ ਕਿ ਮੇਰੇ ਵਰਗਾ ਬੁੱਧੀਮਾਨ ਕੋਈ ਨਹੀਂ, ਮੈਂ ਕਿਸੇ ਨੂੰ ਵੀ ਕਿਸੇ ਤਰੀਕੇ ਦੇ ਨਾਲ ਆਪਣੀ ਚੁਸਤ ਚਲਾਕੀ ਦੇ ਨਾਲ ਹਰਾ ਸਕਦਾ ਹੈਗਾ। ਇਹ ਵੀ ਸਾਰੀ ਜਿਹੜੀ ਨਾ ਸੋਚ ਗਲਤ ਹੈਗੀ ਸਾਡੀ। ਇਹ ਵੀ ਝੂਠ ਦੀ ਕੰਧ ਨੂੰ ਵੱਡਾ ਕਰਨ ਦੇ ਵਿੱਚ ਆਪਣੀ ਖਾਸ ਭੂਮਿਕਾ ਨਿਭਾ ਦਿੰਦੀ ਆ। ਜਾਂ ਵੈਸੇ ਅਸੀਂ ਦੇਖਦੇ ਹਾਂ ਕਿ ਕਿਸੇ ਦੇ ਅੰਦਰ ਹੈ ਨਾ ਆਤਮਿਕ ਬਲ ਸ਼ਕਤੀ ਆ ਗਈ ਆ। ਹੁਣ ਜਿਹੜੀ ਆਤਮਿਕ ਬਲ ਸ਼ਕਤੀ ਆ ਉਹ ਕੀ ਹੈ ਕਿ ਭਾਈ ਮੇਰੇ ਬਰਾਬਰ ਦੂਸਰਾ ਕੋਈ ਨਹੀਂ ਹੈਗਾ। ਮੈਂ ਆਪਣੇ ਆਤਮਿਕ ਬਲ ਦੇ ਨਾਲ, ਆਪਣੇ ਤਪੋ ਬਲ ਦੇ ਨਾਲ ਦੂਸਰਿਆਂ ਦੇ ਉੱਤੇ ਆਪਣੇ ਸਹਿਜ ਦੇ ਤੌਰ 'ਤੇ ਪ੍ਰਭਾਵ ਪਾ ਸਕਦਾ। ਹੁਣ ਜਿਵੇਂ ਹਰਨਾਕਸ਼ ਨੇ ਵਰ ਲਏ ਸੀ ਕਿ ਮੈਨੂੰ ਮੌਤ ਜਿਹੜੀ ਹੈ ਨਾ ਕਿਸੇ ਵੀ ਤਰੀਕੇ ਨਾਲ ਨੇੜੇ ਨਹੀਂ ਫਟਕ ਸਕਦੀ, ਪਰ ਉਹਨੇ ਆਪਣੇ ਆਪ ਨੂੰ ਇਹ ਡਿਕਲੇਅਰ ਕਰ ਲਿਆ ਸੀਗਾ ਕਿ ਮੌਤ ਮੇਰੇ ਕੋਲ ਆ ਨਹੀਂ ਸਕਦੀ, ਮੌਤ ਦੇ ਮੈਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਆ। ਪਰ ਉਹ ਇਹ ਨਹੀਂ ਜਾਣਦਾ ਹੈਗਾ ਕਿ ਵਾਹਿਗੁਰੂ ਨੇ ਜੋ ਬਣਾਇਆ ਹੈਗਾ, ਪਹਿਲਾਂ ਜੀਵ ਇਨਸਾਨ ਦੇ ਸਿਰ 'ਤੇ ਮੌਤ ਹੀ ਲਿਖੀ ਹੈਗੀ, ਅਤੇ ਮੌਤ ਜਦ ਆਉਂਦੀ ਹੈਗੀ ਆ ਤਾਂ ਫਿਰ ਉਹ ਆਪਣਾ ਰਾਹ ਸਿੱਧੇ ਤੌਰ 'ਤੇ ਕੱਢ ਹੀ ਲੈਂਦੀ ਆ, ਚਾਹੇ ਅਸੀਂ ਜਿੰਨੀਆਂ ਮਰਜ਼ੀ ਰੋਕਾਂ ਲਾ ਦਈਏ। ਪਰ ਇਹ ਚੀਜ਼ਾਂ ਜਿਹੜੀਆਂ ਹਨ ਇਹ ਵੀ ਝੂਠ ਦੀ ਕੰਧ ਨੂੰ ਉਸਾਰਨ ਦੇ ਵਿੱਚ ਆਪਣੀ ਸਿੱਧੇ ਤੌਰ 'ਤੇ ਭੂਮਿਕਾ ਨਿਭਾ ਦਿੰਦੀਆਂ। ਜਾਂ ਸਾਡੇ ਅੰਦਰ ਕੋਈ ਵੈਰ ਭਾਵਨਾ ਜਾਂ ਮਿੱਤਰਤਾ ਭਾਵਨਾ ਜਾਗ ਪੈਂਦੀ ਹੈ। ਅਗਰ ਕੋਈ ਸਾਡੀ ਚਾਪਲੂਸੀ ਕਰਦਾ ਹੈਗਾ ਸਾਨੂੰ ਚੰਗਾ ਲੱਗਦਾ, ਅਗਰ ਕੋਈ ਥੋੜ੍ਹੀ ਜਿਹੀ ਸਾਡੀ ਨਿੰਦਾ ਕਰਦਾ ਹੈਗਾ, ਸਾਡੇ ਥੋੜ੍ਹੀ ਵਿਰੁੱਧ ਚੱਲਦਾ ਹੈਗਾ, ਸਾਨੂੰ ਉਹ ਭੈੜਾ ਲੱਗਦਾ ਹੈਗਾ। ਇਸ ਕਰਕੇ ਜਿਹੜੇ ਤਾਂ ਸਾਡੀ ਚਾਪਲੂਸੀ ਕਰਦੇ ਆ, ਸਾਡੀ ਪ੍ਰਸ਼ੰਸਾ ਕਰਦੇ ਆ, ਅਤੇ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਲਾਭ ਦੇਣ ਵਾਸਤੇ ਜਾਂ ਉਹਨਾਂ ਦੀ ਥੋੜ੍ਹੀ ਜਿਹੀ ਸਹਾਇਤਾ ਕਰਨ ਵਾਸਤੇ ਅਸੀਂ ਤਤਪਰ ਹੋ ਜਾਂਦੇ। ਪਰ ਜਿਹੜੇ ਨਿੰਦਾ ਚੁਗਲੀ ਕਰਦੇ ਆ ਉਹਨਾਂ ਨੂੰ ਦਬਾਉਣ ਦੀ ਖਾਤਰ ਫਿਰ ਅਸੀਂ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦੇ ਹਾਂ ਕਿ ਕਿਵੇਂ ਇਹ ਜਿਹੜੇ ਇਨਸਾਨ ਹੈਗੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਇਆ ਜਾਵੇ ਤਾਂ ਜੋ ਇਹ ਮੁੜ ਕੇ ਹੈ ਨਾ ਸਾਡੇ ਮੁੜ ਕੋਈ ਗੱਲ ਨਾ ਕਰ ਸਕਣ। ਜਦੋਂ ਇਸ ਤਰ੍ਹਾਂ ਦੀ ਸੋਚ ਭਾਵਨਾ ਸਾਡੇ ਅੰਦਰ ਜਾਗ ਪੈਂਦੀ ਆ ਅਤੇ ਇਹ ਜਿਹੜੀ ਹੈ ਨਾ ਵੈਰੀ ਅਤੇ ਮਿੱਤਰਤਾ ਦੀ ਭਾਵਨਾ ਹੈਗੀ ਆ, ਇਹ ਮਨ ਨੂੰ ਕਿਸੇ ਟਿਕਾਣੇ ਟਿਕਣ ਨਹੀਂ ਦਿੰਦੀ, ਮਨ ਦੇ ਅੰਦਰ ਸ਼ਾਂਤੀ ਨਹੀਂ ਲਿਆਉਣ ਦਿੰਦੀ। ਭਾਵ ਕਿ ਇੱਕ ਨਹੀਂ, ਇਸ ਤਰ੍ਹਾਂ ਦੇ ਹੈ ਨਾ ਅਨੇਕਾਂ ਕਾਰਨ ਹੈਗੇ ਆ ਜਿਹਦੇ ਨਾਲ ਇਹ ਝੂਠ ਦੀ ਕੰਧ ਇਨਸਾਨ ਜਿਹੜਾ ਹੈ ਨਾ ਉਹ ਅੱਗੇ ਤੋਂ ਅੱਗੇ ਉੱਚੀ ਕਰਦਾ ਰਹਿੰਦਾ ਹੈਗਾ, ਉਹਨੂੰ ਭਾਰੀ ਕਰਦਾ ਰਹਿੰਦਾ, ਉਹਨੂੰ ਮਜ਼ਬੂਤ ਕਰਦਾ ਰਹਿੰਦਾ ਹੈਗਾ। ਸੋ ਹੁਣ ਜਿਹੜੀ ਇਹ ਕੰਧ ਪਾਪਾਂ ਦੀ ਜਾਂ ਇਹ ਹਉਮੈ ਦੀ ਜਿਹੜੀ ਐਡੀ ਭਾਰੀ ਕੰਧ ਅਸੀਂ ਬਣਾ ਲਈ ਐਡੇ ਵੱਡੇ ਸੁਪਨਿਆਂ ਦੇ ਵਿੱਚ, ਜੀਵਨ ਦੇ ਸਾਰੇ ਅਨਮੁੱਲੇ ਸਵਾਸ ਗਵਾ ਗਏ। ਸੋ ਇਹ ਜਿਹੜੀ ਹਉਮੈ ਦੀ ਕੰਧ ਹੈਗੀ ਆ ਇਹ ਹੁਣ ਕਿਵੇਂ ਢਿੱਠੇ, ਕਿਵੇਂ ਇਸ ਕੰਧ ਤੋਂ ਸਾਡਾ ਸੰਬੰਧ ਟੁੱਟੇ। ਇਹ ਕੰਧ ਜਿਹੜੀ ਹੈ ਨਾ ਇਹ ਸਾਡੇ ਜੀਵਨ ਦੇ ਪਾਪਾਂ ਦਾ ਜੋ ਬੱਜਰ ਭਾਰ ਬਣ ਜਾਂਦੀ ਹੈਗੀ ਆ, ਜਿਹੜੀ ਜੀਵ ਆਤਮਾ ਦੇ ਨਾਲ ਸਦਾ ਹੀ ਰਹਿੰਦੀ ਹੈਗੀ ਆ, ਇਸ ਤੋਂ ਕਿਵੇਂ ਖਲਾਸੀ ਹੋ ਸਕਦੀ ਆ? ਇੱਕ ਤਾਂ ਸਵਾਲ ਹੈ ਨਾ ਬਾਬੇ ਨਾਨਕ ਜੀ ਨੇ ਜਿਹੜਾ ਹੈ ਨਾ ਸਾਡੇ ਸਾਹਮਣੇ ਰੱਖਿਆ ਹੈਗਾ। ਦੂਸਰਾ ਵੀ ਇਸ ਤਰ੍ਹਾਂ ਸਵਾਲ ਹੈਗਾ ਕਿ ਜਦ ਤੱਕ ਝੂਠ ਦੀ ਕੰਧ ਨਹੀਂ ਟੁੱਟਦੀ ਤਦ ਤੱਕ ਆਦਮੀ ਜਿਹੜਾ ਹੈ ਨਾ ਉਹ ਸੱਚ ਦੇ ਰਸਤੇ ਦੀ ਵਿੱਚ ਤੁਰ ਨਹੀਂ ਸਕਦਾ ਜਾਂ ਸੱਚ ਦੀ ਉਹਨੂੰ ਸਮਝ ਨਹੀਂ ਲੱਗ ਸਕਦੀ। ਹੁਣ ਕਹਿਣ ਤੋਂ ਭਾਵ ਆ ਹੁਣ ਦੋਨੇ ਜਿਹੜੇ ਹੈ ਨਾ ਇਹ ਸਵਾਲ ਹੈਗੇ ਆ, ਇਹ ਇੱਕ ਸਿੱਕੇ ਦੇ ਦੋ ਪਾਸੇ ਹੈਗੇ ਆ। ਉਹ ਕੀ ਆ ਕਿ ਅਸੀਂ ਸਚਿਆਰ ਕਿਵੇਂ ਹੋਣਾ ਹੈਗਾ, ਕਿਵ ਸਚਿਆਰਾ ਹੋਈਏ। ਹੁਣ ਗੱਲ ਇਹ ਹੈ ਕਿ ਸਚਿਆਰ ਉਦੋਂ ਹੀ ਆਦਮੀ ਹੁੰਦਾ ਹੈ ਜਦੋਂ ਉਹਨੂੰ ਪਹਿਲਾਂ ਤਾਂ ਗੱਲ ਇਹ ਹੈ ਕਿ ਉਹਨੂੰ ਇਸ ਚੀਜ਼ ਦੀ ਸੋਝੀ ਆਵੇ ਕਿ ਅਸਲ ਦੇ ਵਿੱਚ ਇਹ ਜਿਹੜੀ ਹੈ ਨਾ ਖੇਡ ਪਰਮੇਸ਼ਰ ਨੇ ਇਸ ਸੰਸਾਰ ਦੀ ਬਣਾਈ ਹੈਗੀ ਆ। ਇਸ ਸੰਸਾਰ ਦੀ ਖੇਡ ਬਣਾ ਕੇ ਵਾਹਿਗੁਰੂ ਜੀ ਨੇ ਤੈਨੂੰ ਇੱਕ ਮੌਕਾ ਬਖਸ਼ਿਆ ਹੈਗਾ। ਇਸ ਮੌਕੇ ਦੇ ਵਿੱਚ, ਇਸ ਦੇਹੀ ਦੇ ਵਿੱਚ ਅਗਰ ਤੂੰ ਆਪਣੇ ਆਪ ਨੂੰ ਥੋੜ੍ਹਾ ਸੰਭਲ ਕੇ ਸੋਚ ਕੇ ਕਿਸੇ ਨਾ ਕਿਸੇ ਐਸੇ ਤਰੀਕੇ ਦੇ ਨਾਲ ਜਿਹਦੇ ਨਾਲ ਤੇਰੀ ਝੂਠ ਦੀ ਦੀਵਾਰ ਟੁੱਟੇ, ਐਸੇ ਹੰਭਲੇ ਮਾਰੇ ਜਾਂ ਤੇਰੇ ਅੰਦਰ ਸੋਚ ਆਵੇ ਕਿ ਇਹ ਸਾਰਾ ਜਿਹੜਾ ਬੱਜਰ ਭਾਰ ਵਾ ਜਿਹਨੇ ਮੈਨੂੰ ਦਿਨ ਰਾਤ ਦੁਖੀ ਕੀਤਾ ਹੈਗਾ, ਕਿ ਇਹ ਜਿਹੜੀ ਚੀਜ਼ ਹੈ ਨਾ ਮੇਰੇ ਨਾਲ ਐਸੀ ਚੁੰਬੜ ਗਈ ਹੈ ਜਿਹੜੀ ਕਦੇ ਨਹੀਂ ਲੈਂਦੀ। ਇਹ ਚਿੰਤਾ, ਤ੍ਰਿਸ਼ਨਾ, ਇਹ ਭਾਵ ਕੀ ਆ ਜਿਹੜਾ ਜੋ ਦੁੱਖ ਮੈਨੂੰ ਹੈ ਨਾ ਚੁੰਬੜੇ ਹੋਏ ਆ, ਇਹਨਾਂ ਦੁੱਖਾਂ ਤੋਂ ਮੇਰੀ ਵੰਦ ਖਲਾਸੀ ਕਿਵੇਂ ਹੋਵੇ। ਜਦੋਂ ਇਹ ਇਨਸਾਨ ਹੈ ਨਾ ਸੋਚਦਾ ਹੈਗਾ,
ਸੋਚ ਕੇ ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਆ, ਜਦ ਇਹ ਦੁੱਖਾਂ ਦੇ ਵਿੱਚ ਇਨਸਾਨ ਪੂਰੀ ਤਰ੍ਹਾਂ ਤੜਫ ਜਾਂਦਾ ਹੈਗਾ, ਉਹਨੂੰ ਸ਼ਾਂਤੀ ਨਹੀਂ ਮਿਲਦੀ। ਇਸ ਸ਼ਾਂਤੀ ਨਾ ਮਿਲਣ ਕਰਕੇ ਉਹ ਦੁੱਖਾਂ ਦੇ ਵਿੱਚ ਤੜਫਦਾ ਰਹਿੰਦਾ ਹੈਗਾ। ਫਿਰ ਉਹ ਪੁਕਾਰ ਕਰਦਾ ਹੈਗਾ। ਜਦ ਪੁਕਾਰ ਕਰਦਾ ਹੈਗਾ ਤੇ ਉਹਦੀ ਪੁਕਾਰ ਜਿਹੜੀ ਫਿਰ ਵਾਹਿਗੁਰੂ ਜੀ ਸੁਣਦੇ ਆ। ਫਿਰ ਇਸ ਜੀਵ ਨੂੰ ਫਿਰ ਵਾਹਿਗੁਰੂ ਜੀ ਆਪਣਾ ਜਿਹੜਾ ਵਿਰਧ ਹੈਗਾ, ਮੁੱਢ ਕਦੀਮੀ ਸੁਭਾਅ ਹੈਗਾ, ਉਸ ਮੁੱਢ ਕਦੀਮੀ ਸੁਭਾਅ ਦੇ ਅਨੁਸਾਰ ਪਰਮੇਸ਼ਰ ਜਦੋਂ ਉਸ ਜੀਵ ਦੇ ਉੱਤੇ ਤਰਸ ਜਾਂਦੇ ਹੈ ਕਿ ਇਹ ਜੀਵ ਭੁੱਲਾ ਹੋਇਆ ਹੈਗਾ, ਭਟਕਿਆ ਹੋਇਆ ਹੈਗਾ, ਇਹਨੇ ਐਡੀ ਵੱਡੀ ਕੂੜ ਦੀ ਕੰਧ ਸਰ ਲਈ ਆ, ਇਸ ਕੰਧ ਨੂੰ ਕਿਵੇਂ ਢਾਉਣਾ ਹੈਗਾ। ਇਸ ਕਰਕੇ ਜੀਵ ਉਹਦੇ ਜੀਵਨ ਦੇ ਵਿੱਚ ਕੋਈ ਐਸੇ ਮਹਾਤਮਾ ਦੀ ਸੰਗਤ ਲਿਆਉਂਦਾ ਹੈ, ਜਿਸ ਮਹਾਤਮਾ ਦੀ ਸੰਗਤ ਦੇ ਸਦਕਾ ਉਹਨੂੰ ਫਿਰ ਇਸ ਚੀਜ਼ ਦੀ ਸੋਝੀ ਪੈਂਦੀ ਹੈ। ਜਿਵੇਂ ਅਸੀਂ ਇੱਕ ਨਹੀਂ ਬਹੁਤ ਜਿਹੜੇ ਦੇਖੇ ਆ ਜ਼ਿੰਦਗੀ ਦੇ ਵਿੱਚ, ਜਿਵੇਂ ਸਾਨੂੰ ਜਨਮ ਸਾਖੀਆਂ ਦੇ ਵਿੱਚ ਕੌਡਾ ਰਾਖਸ਼, ਸੱਜਣ ਠਾਗ, ਭੂਮੀਆਂ ਚੋਰ ਜਾਂ ਵਾਲਮੀਕ ਮਹਾਰਾਜ ਦੇ ਵੀ ਜ਼ਿਕਰ ਆਉਂਦੇ ਆ। ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਜ਼ਿਕਰ ਹੈਗੇ ਸਾਨੂੰ ਸਹਿਜ ਦੇ ਵਿੱਚ, ਇਤਿਹਾਸ ਦੇ ਵਿੱਚੋਂ ਪ੍ਰਾਪਤ ਹੁੰਦੇ ਆ। ਭਾਵ ਕੀ ਹੈ ਕਿ ਜੋ ਇਨਸਾਨ ਇਸ ਤਰ੍ਹਾਂ ਜਿਹੜਾ ਆਪਣੀ ਜ਼ਿੰਦਗੀ 'ਚ ਤੁਰਿਆ ਹੈਗਾ, ਕਿਉਂਕਿ ਉਹਨੂੰ ਪਹਿਲੀ ਚੀਜ਼ ਹੈ ਕਿ ਉਹਨੂੰ ਇਸ ਤਰ੍ਹਾਂ ਦੀ ਸੰਗਤ ਨਹੀਂ ਮਿਲਦੀ। ਸੋ ਵਾਹਿਗੁਰੂ ਜੀ ਹਰੇਕ ਨੂੰ ਜੀਵਨ ਦੇ ਵਿੱਚ ਇੱਕ ਮੌਕਾ ਜ਼ਰੂਰ ਦਿੰਦੇ ਆ ਤਾਂ ਜੋ ਉਹ ਜੀਵ ਆਪਣੇ ਆਪ ਨੂੰ ਸੰਭਾਲ ਸਕੇ। ਇਸ ਕਰਕੇ ਹੁਣ ਜਿਹੜਾ ਪਹਿਲਾ ਚੀਜ਼ ਹੈ ਉਹ ਦੁਨੀਆ ਦੇ ਵਿੱਚ ਕੀ ਹੈ, ਉਹ ਹੈਗੀ ਆ ਸੰਗਤ। ਸੰਗਤ ਕਿਹੜੀ ਹੈ? ਸੰਗਤ ਦਾ ਮਤਲਬ ਹੁੰਦਾ ਸੱਚੀ ਸਿੱਖਿਆ। ਇਹ ਜਿਹੜੀ ਸੱਚੀ ਸਿੱਖਿਆ ਹੈਗੀ ਆ, ਪਹਿਲਾਂ ਤਾਂ ਉਹਨੂੰ ਵਾਹਿਗੁਰੂ ਜੀ ਇਸ ਸੰਸਾਰ ਦੇ ਵਿੱਚ ਦਿੰਦੇ ਆ। ਹੁਣ ਜਿਵੇਂ ਅਸੀਂ ਦੇਖਦੇ ਹਾਂ ਕਿ ਸਿੱਖਿਆ ਦੋ ਤਰ੍ਹਾਂ ਦੀ ਹੈ, ਇੱਕ ਤਾਂ ਹੈ ਦੁਨਿਆਵੀ ਅਤੇ ਦੂਸਰੀ ਹੈ ਪਰਮਾਰਥ ਦੀ। ਅਗਰ ਇਨਸਾਨ ਦੁਨਿਆਵੀ 14 ਵਿੱਦਿਆ ਕੋਈ ਪੜ੍ਹ ਲਵੇ, ਪੜ੍ਹ ਕੇ ਆਪਣੇ ਆਪ ਦੇ ਵਿੱਚ ਇੰਨਾ ਗਿਆਨਵਾਨ ਵੀ ਹੋ ਜਾਵੇ ਤਾਂ ਵੀ ਉਹ ਹਨੇਰੇ ਦੇ ਵਿੱਚ ਰਹਿੰਦਾ ਹੈਗਾ, ਅਗਰ ਉਹਨੂੰ ਪਰਮਾਰਥ ਦੀ ਸੋਝੀ ਨਾ ਹੋਵੇ। ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਆਖਿਆ ਹੈਗਾ ਕਿ ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅਗਰ ਦੁਨੀਆ ਦੀਆਂ 14 ਵਿੱਦਿਆਂ ਪੜ੍ਹ ਕੇ ਵੀ ਐਡਾ ਭਾਰਾ ਦੁਨਿਆਵੀ ਗਿਆਨ ਵੀ ਕੋਈ ਹਾਸਲ ਕਰ ਲਵੇ, ਪਰ ਅਸਲ ਦੇ ਵਿੱਚ ਕੀ ਹੁੰਦਾ, ਉਹ ਐਸੇ ਹਨੇਰੇ ਦੇ ਵਿੱਚ ਰਹਿੰਦਾ ਹੈਗਾ ਜਿਸ ਹਨੇਰੇ ਦੇ ਵਿੱਚੋਂ ਉਹਨੂੰ ਆਪਣੇ ਜੀਵਨ ਦਾ ਕੋਈ ਰਾਹ ਨਹੀਂ ਲੱਭਦਾ। ਭਾਵ ਕਿ ਉਹ ਸੁਖੀ ਨਹੀਂ ਹੋ ਸਕਦਾ, ਕਿਉਂਕਿ ਸੁਖੀ ਹੋਣਾ ਜਿਹੜਾ ਉਹ ਕੇਵਲ ਅਤੇ ਕੇਵਲ ਸਤ ਸੰਗਤ ਦੀ ਸੋਝੀ ਵਿੱਚੋਂ ਪ੍ਰਾਪਤ ਹੁੰਦਾ ਹੈ। ਸੋ ਵਾਹਿਗੁਰੂ ਜੀ ਉਹਨੂੰ ਇੱਕ ਐਸੇ ਮਹਾਤਮਾ ਜਿਹੜੇ ਉਹਦੇ ਜੀਵਨ ਦੇ ਵਿੱਚ ਲਿਆਉਂਦੇ ਹੈਗੇ ਆ। ਉਹ ਮਹਾਤਮਾ ਜਿਹੜੇ ਫਿਰ ਉਸ ਇਨਸਾਨ ਨੂੰ ਉਹਦੇ ਅਸਲ ਜੀਵਨ ਦੀ ਸੋਝੀ ਕਰਾ ਦਿੰਦੇ ਆ। ਜਿਵੇਂ ਅਸੀਂ ਸਹਿਜ ਦੇ ਤੌਰ 'ਤੇ ਦੇਖਦੇ ਹਾਂ ਕਿ ਮਹਾਤਮਾ ਜਿਹੜੇ ਪੂਰੇ ਹੁੰਦੇ ਆ, ਪੂਰੇ ਗੁਰੂ ਦੀ ਪੂਰੀ ਦਿਖਿਆ ਹੈਗੀ ਆ, ਅਤੇ ਜਿਹਦੀ ਦਿਖਿਆ ਪੂਰੀ ਹੈ ਅਤੇ ਉਹਦੀ ਸਿੱਖਿਆ ਵੀ ਪੂਰੀ ਹੋਊਗੀ। ਹੁਣ ਸਿੱਖਿਆ ਦਿਖਿਆ ਤੋਂ ਭਾਵ ਹੈ ਕਿ ਮਹਾਤਮਾ ਇਨਸਾਨ ਨੂੰ ਇਹ ਦੱਸਦੇ ਆ ਕਿ ਤੂੰ ਭਾਈ ਇਸ ਸੰਸਾਰ ਦੇ ਵਿੱਚ ਕਿਵੇਂ ਆਇਆ ਹੈਗਾ, ਤੇਰਾ ਆਉਣ ਦਾ ਮਨੋਰਥ ਕੀ ਹੈ। ਇਸ ਕਰਕੇ ਫਿਰ ਜਦੋਂ ਸੰਗਤ ਹੁੰਦੀ ਹੈ ਫਿਰ ਸੰਗਤ ਦੇ ਵਿੱਚ ਇਨਸਾਨ ਦੇ ਜਿਹੜਾ ਰੁੱਖ ਹੈਗਾ, ਉਹ ਬਾਹਰਲੇ ਜਿੰਨੇ ਖਿਆਲ ਵਾ, ਬਾਹਰਲੀਆਂ ਜਿੰਨੀਆਂ ਬਿਰਤੀਆਂ, ਕਲਪ ਸੰਕਲਪ, ਬਾਹਰਲੀ ਦੁਨੀਆ ਦੇ ਰਸ ਕਸ ਵਿਕਾਰ, ਇਹਨਾਂ ਤੋਂ ਫਿਰ ਟੁੱਟ ਕੇ ਫਿਰ ਅੰਦਰ ਆਪਣੇ ਆਪ ਦੀ ਖੋਜ ਵੱਲ ਨੂੰ ਜਦ ਉਹਦਾ ਰੁੱਖ ਮੁੜਦਾ ਹੈਗਾ, ਫਿਰ ਉਹਦੇ ਅੰਦਰ ਇੱਕ ਨਹੀਂ ਅਨੇਕਾਂ ਸਵਾਲ ਪੈਦਾ ਹੋ ਜਾਂਦੇ ਆ। ਉਹ ਕੀ ਹੈ? ਉਹ ਸੋਚਦਾ ਹੈ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਵਾਹਿਗੁਰੂ ਜੀ ਕੌਣ ਆ, ਮੇਰਾ ਵਾਹਿਗੁਰੂ ਜੀ ਦੇ ਨਾਲ ਕੀ ਸੰਬੰਧ ਹੈਗਾ, ਮੈਂ ਵਾਹਿਗੁਰੂ ਜੀ ਨੂੰ ਕਿਵੇਂ ਮਿਲਾਂਗਾ, ਅਤੇ ਵਾਹਿਗੁਰੂ ਜੀ ਦੇ ਜਿਹੜੇ ਸ਼ਕਤੀ ਹੈ ਜਿਹੜੀ ਕੁੱਲ ਬ੍ਰਹਿਮੰਡਾਂ ਨੂੰ ਚਲਾਉਂਦੀ ਹੈਗੀ ਆ, ਉਹਦਾ ਅਤੇ ਮੇਰਾ ਇਹ ਜਿਹੜਾ ਰਿਸ਼ਤਾ ਹੈਗਾ ਇਹ ਅੱਜ ਦਾ ਹੈ ਕਿ ਇਹ ਅਨੰਤ ਕਾਲ ਤੋਂ ਚੱਲਿਆ ਆ ਰਿਹਾ ਹੈ। ਇਸ ਤਰ੍ਹਾਂ ਦੇ ਜਦੋਂ ਸਵਾਲ ਉਹਦੇ ਅੰਦਰ ਪੈਦਾ ਹੁੰਦੇ ਆ, ਫਿਰ ਉਹਨੂੰ ਸੰਗਤ ਦੇ ਵਿੱਚ ਹੌਲੀ ਹੌਲੀ ਇਸ ਗੱਲ ਦੀ ਸੋਝੀ ਆਉਣ ਲੱਗ ਪੈਂਦੀ ਆ। ਫਿਰ ਉਹਨੂੰ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਹੈਗਾ ਕਿ ਕਿਸ ਸੱਚਿਆਰਾ ਹੋਈਏ ਕਿ ਮੈਂ ਸਾਰੀ ਉਮਰ ਭਟਕਦਾ ਰਿਹਾ ਹੈਗਾ। ਅਸਲ ਦੇ ਵਿੱਚ ਇਹ ਜਿਸ ਚੀਜ਼ ਨੂੰ ਮੈਂ ਸੱਚੀ ਸਮਝਦਾ ਸੀਗਾ, ਅਸਲ ਦੇ ਵਿੱਚ ਇਹ ਚੀਜ਼ ਝੂਠ ਨਿਕਲੀ ਹੈਗੀ ਆ। ਹੁਣ ਜਿਹੜੀ ਸੱਚ ਚੀਜ਼ ਹੈਗਾ ਉਹ ਅਦ੍ਰਿਸ਼ ਹੈਗੀ ਆ, ਅਤੇ ਜਿਹੜੀ ਸੱਚ ਹੈ ਉਹ ਪਰਮੇਸ਼ਰ ਹੈ, ਜਾਂ ਪਰਮੇਸ਼ਰ ਦੇ ਬਣਾਏ ਹੋਏ ਕਾਨੂੰਨ ਆ, ਜਾਂ ਇਉਂ ਕਹਿ ਲਓ ਕੋਈ ਪਰਮੇਸ਼ਰ ਦਾ ਪ੍ਰੇਮ ਹੈਗਾ। ਇੱਕ ਐਸੀ ਅਦਭੁਤ ਲੀਲਾ ਹੈਗੀ ਆ ਜਿਹੜੀ ਬਾਹਰ ਦੀ ਦੁਨੀਆ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਉਹ ਸੁੱਖ, ਉਹ ਹਲੀਮੀ ਰਾਜ, ਉਹ ਆਨੰਦ, ਉਹ ਸੱਤ ਚਿੱਤ ਦੀ ਜਿਹੜੀ ਪੌੜੀ ਹੈਗੀ ਆ ਜਾਂ ਅੰਦਰ ਖੇੜਾ ਹੈਗਾ, ਉਹਨੂੰ ਆਪਣੇ ਆਪ ਦੀ ਖੋਜ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈਗਾ। ਜਦੋਂ ਇਨਸਾਨ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈਗਾ ਕਿ ਭਾਈ ਮੇਰੀ ਜਿਹੜੀ ਅੰਦਰਲੀ ਆਤਮਾ ਹੈਗੀ ਉਹ ਵਾਹਿਗੁਰੂ ਜੀ ਦੀ ਅੰਸ਼ ਹੈ, ਅਤੇ ਜਦ
ਆਤਮਾ ਪਰਮਾਤਮਾ ਨਾਲ ਜੁੜ ਜਾਂਦੀ ਹਨ ਨਾ, ਤੇ ਇਹ ਵੀ ਵਾਹਿਗੁਰੂ ਵਾਂਗੂ ਵਿਸ਼ਾਲ ਬਣ ਜਾਂਦੀ ਹੈਗੀ ਆ। ਭਾਵ ਕੀ ਆ, ਜੋ ਵਾਹਿਗੁਰੂ ਦੇ ਅੰਦਰ ਹੈ ਨਾ ਉਹੀ ਮੇਰੇ ਦੇ ਅੰਦਰ ਆ ਸਕਦਾ ਹੈਗਾ। ਹੁਣ ਵਾਹਿਗੁਰੂ ਅਬਿਨਾਸੀ ਹੈਗਾ, ਫਿਰ ਇਸ ਜੀਵ ਨੂੰ ਇਹ ਪਤਾ ਲੱਗ ਜਾਂਦਾ ਹੈਗਾ ਅਗਰ ਵਾਹਿਗੁਰੂ ਜੀ ਅਬਿਨਾਸੀ ਹੈ ਤਾਂ ਮੈਂ ਵੀ ਅਬਿਨਾਸੀ ਹੋ ਸਕਦਾ ਹੈਗਾ। ਅਗਰ ਵਾਹਿਗੁਰੂ ਜੀ ਸਰਬ ਸ਼ਕਤੀਮਾਨ ਹੈ ਤਾਂ ਮੈਂ ਵੀ ਸਰਬ ਸ਼ਕਤੀਮਾਨ ਹੋ ਸਕਦਾ ਹੈਗਾ। ਅਗਰ ਵਾਹਿਗੁਰੂ ਜੀ ਮਿਹਰਬਾਨ ਹੈ ਤਾਂ ਮੈਂ ਵੀ ਮਿਹਰਬਾਨ ਹੋ ਸਕਦਾ ਹੈਗਾ। ਅਗਰ ਵਾਹਿਗੁਰੂ ਜੀ ਜਿਹੜੇ ਹੈਗਾ ਉਹ ਪ੍ਰੇਮ ਦੇ ਸਮੁੰਦਰ ਆ ਤਾਂ ਮੈਂ ਵੀ ਪ੍ਰੇਮ ਦਾ ਸਮੁੰਦਰ ਹੋ ਸਕਦਾ। ਜੇ ਵਾਹਿਗੁਰੂ ਜੀ ਸਦਾ ਉਪਕਾਰੀ ਆ ਤਾਂ ਮੈਂ ਵੀ ਸਦ ਉਪਕਾਰੀ ਹੋ ਸਕਦਾ ਹੈਗਾ। ਭਾਵ ਕੀ ਹੈ, ਜੋ ਵਾਹਿਗੁਰੂ ਜੀ ਦੇ ਅੰਦਰ ਹੈ ਨਾ, ਜੋ ਬ੍ਰਹਮੰਡੇ ਸੋਈ ਪਿੰਡੇ ਨੂੰ ਇਸ ਜੀਵ ਨੂੰ ਫਿਰ ਸੋਝੀ ਹੋਣ ਲੱਗ ਪੈਂਦੀ ਆ। ਜਦ ਜੀਵ ਦੀ ਸੋਝੀ ਹੁੰਦੀ ਹੈ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਸੱਚਾ ਕਿਵੇਂ ਹੋ ਸਕਦਾ ਹੈਗਾ। ਸੋ ਫਿਰ ਉਹਨੂੰ ਇਸ ਚੀਜ਼ ਦਾ ਜਿਹੜਾ ਹੈ ਨਾ ਸੰਗਤ ਦੇ ਵਿੱਚੋਂ ਇਲਮ ਹੋ ਲੱਗ ਜਾਂਦਾ ਹੈ ਕਿ ਵਾਹਿਗੁਰੂ ਜੀ ਉਹ ਅਕਾਲ ਸ਼ਕਤੀ ਸਭ ਤੋਂ ਵੱਡੀ ਹੈ, ਲੇਕਿਨ ਵਾਹਿਗੁਰੂ ਜੀ ਤੋਂ ਵੱਡਾ ਉਹਦਾ ਆਪਣਾ ਨਾਮ ਹੈਗਾ। ਹੁਣ ਉਹਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ, ਕਿਉਂਕਿ ਨਾਮ ਜਿਹੜਾ ਹੈ ਨਾ ਉਹ ਸਰਗਣ ਰੂਪ ਹੈ। ਸਰਗਣ ਤੋਂ ਉਹ ਨਿਰਗਣ ਰੂਪ ਪਰਮਾਤਮਾ ਦੇ ਵਿੱਚ ਵਾਹਿਗੁਰੂ ਦਾ ਨਾਮ ਹੀ ਨਾਨਕ ਨਾਮ ਜਹਾਜ਼ ਬਣ ਕੇ ਉਸ ਨੂੰ ਉਸ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੰਦਾ ਹੈਗਾ। ਜਿਸ ਵਾਹਿਗੁਰੂ ਜੀ ਨੇ ਇਹ ਸਾਰੀ ਖੇਡ ਰਚਨਾ ਜਿਹੜੀ ਹੈ ਨਾ ਇੱਕ ਤੋਂ ਅਨੇਕ ਹੋ ਕੇ ਇਹ ਪਸਾਰੇ ਅਨੰਤ ਤਰੀਕਿਆਂ ਦੇ ਵਿੱਚ ਖਿਲਾਰੇ ਹੋਏ ਆ, ਫਿਰ ਉਹਨੂੰ ਇਸ ਚੀਜ਼ ਦਾ ਇਲਮ ਹੋ ਜਾਂਦਾ, ਗਿਆਨ ਹੋ ਜਾਂਦਾ ਹੈਗਾ। ਸੋ ਆਓ ਆਪਾਂ ਫਿਰ ਉਹ ਜੀਵ ਦੇਖਦਾ ਹੈਗਾ ਕਿ ਅਸਲ ਦੇ ਵਿੱਚ ਸਾਰੀ ਚੀਜ਼ ਨਾਮ ਦੇ ਆਸਰੇ ਟਿਕੀ ਹੈ। ਸੋ ਵਾਹਿਗੁਰੂ ਜੀ ਦੇ ਅਗਰ ਮੈਂ ਨਾਮ ਨਾਲ ਜੁੜ ਜਾਵਾਂ ਤੇ ਇਹ ਨਾਮ ਮੇਰੇ ਨਾਲ ਜਾਂ ਮੈਨੂੰ ਮੇਰੀ ਆਤਮਾ ਨੂੰ ਉਸ ਸੱਚ ਦੇ ਨਾਲ ਜੋੜ ਦਿੰਦਾ ਹੈਗਾ। ਤੇ ਜਿਹੜਾ ਸੱਚ ਵਾਹਿਗੁਰੂ ਜੀ ਆਪ ਖੁਦ ਹੈਗੇ ਆ। ਇਸੇ ਕਰਕੇ ਸਾਨੂੰ ਗੁਰਬਾਣੀ ਦੇ ਵਿੱਚ ਇਹ ਸਮਝ ਆਉਣ ਲੱਗ ਪੈਂਦੀ ਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਅਗਰ ਮਤ ਪਾਪਾਂ ਨਾਲ ਭਰ ਜਾਵੇ ਤੇ ਨਾਮ ਦੀ ਰੰਗਤ ਦੇ ਨਾਲ, ਨਾਮ ਦੇ ਪ੍ਰੇਮ ਦੇ ਨਾਲ ਉਹ ਮਤ ਨੂੰ ਧੋਤਾ ਜਾ ਸਕਦਾ ਹੈਗਾ, ਉਸ ਮਤ ਨੂੰ ਸਾਫ਼ ਕੀਤਾ ਜਾ ਸਕਦਾ ਹੈਗਾ। ਫਿਰ ਜੀਵ ਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਮੇਰੇ ਜਿਹੜੇ ਕਰੋੜਾਂ ਜਨਮਾਂ ਦੇ ਅਨੰਤ ਪਾਪ ਹਨ, ਵਾਹਿਗੁਰੂ ਜੀ ਨਾਮ ਦੀ ਕਿਰਪਾ ਦੇ ਨਾਲ, ਨਾਮ ਦੇ ਜਾਪ ਦੇ ਨਾਲ, ਨਾਮ ਦੇ ਸਦਕੇ ਨਾਲ ਇਹ ਸਾਰੇ ਜਿਹੜੇ ਹਨ ਪਾਪ ਹੈਗੇ ਆ, ਜੋ ਮੈਨੂੰ ਝੂਠ ਦੀ ਕੰਧ ਬਣ ਕੇ ਜਿਹੜੇ ਹਨ ਮੇਰੇ ਨਾਲ ਚੁੰਬੜੇ ਹੁੰਦੇ, ਸਦਾ ਲਈ ਜਿਹੜੇ ਹਨ ਇਹ ਮੇਰੇ ਤੋਂ ਲੈ ਸਕਦੇ ਆ। ਜਦੋਂ ਜੀਵ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈਗਾ ਤਾਂ ਉਹਨੂੰ ਸੰਗਤ ਦੇ ਵਿੱਚ ਇਹ ਚੀਜ਼ ਦਾ ਗਿਆਨ ਹੋ ਜਾਂਦਾ ਹੈਗਾ। ਸੋ ਇਹ ਗਿਆਨ ਜਿਹੜਾ ਹੈ ਨਾ ਫਿਰ ਜੀਵ ਨੂੰ ਹੌਸਲਾ ਦਿੰਦਾ ਹੈਗਾ, ਉਹਨੂੰ ਉੱਚਾ ਚੱਕਦਾ, ਉਹਨੂੰ ਇਹ ਖੁਸ਼ਖਬਰੀ ਦੇ ਦਿੰਦਾ ਹੈਗਾ ਕਿ ਤੇਰੇ ਅਨੰਤ ਕਾਲਾਂ ਦੇ ਪਾਪ ਵਾਹਿਗੁਰੂ ਇੱਕ ਛਿਣ ਦੇ ਵਿੱਚ ਹੀ ਸਾਰੇ ਕੱਟ ਸਕਦਾ ਹੈਗਾ, ਸਾਰੇ ਦੂਰ ਕਰ ਸਕਦਾ ਹੈਗਾ। ਦੂਰ ਉਦੋਂ ਕਰਦਾ ਹੈ ਪਰਮੇਸ਼ਰ ਜਦੋਂ ਤੂੰ ਨਾਮ ਦੇ ਨਾਲ ਸੱਚੋਂ ਦਿਲੋਂ ਜੁੜ ਜਾਂਦਾ ਹੈਗਾ। ਜਦੋਂ ਤੇਰੀ ਸੱਚੀ ਬੰਦਗੀ ਹੁੰਦੀ ਹੈ, ਤੂੰ ਬਿਲਕੁਲ ਸੱਚ ਹੋ ਕੇ ਪਰਮੇਸ਼ਰ ਦਾ ਰੂਪ ਹੋਣਾ ਚਾਹੁੰਦਾ ਹੈ, ਤਾਂ ਫਿਰ ਹੁਣ ਇਹ ਵੀ ਇਲਮ ਹੋ ਜਾਂਦਾ ਹੈ ਕਿ ਇਸ ਜੀਵ ਨੇ ਆਪਣਾ ਆਪ ਗਵਾਉਣਾ ਹੈਗਾ। ਜਦੋਂ ਜੀਵ ਨੇ ਆਪਣੇ ਆਪ ਨੂੰ ਸਿਫਰ ਕਰ ਦਿੱਤਾ, ਗਵਾਤਾ, ਤਾਂ ਫਿਰ ਉਹ ਵਾਹਿਗੁਰੂ ਜੀ ਦੀ ਖੁਸ਼ੀ ਦਾ ਨਾ ਪਾਤਰ ਹੋ ਜਾਂਦਾ ਹੈਗਾ। ਫਿਰ ਉਹਨੂੰ ਇਸ ਚੀਜ਼ ਦਾ ਇਲਮ ਹੋ ਜਾਂਦਾ ਹੈ ਕਿ ਘੋਰ ਦੁਖਿੰਗ ਅਨਕ ਹਤਿੰਗ ਜਨਮ ਦ੍ਰਿਦਰਿੰਗ ਮਹਾ ਵਿਖਾਦੰਗ ਮਿਟਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮਤ ਕਰੋਟ। ਉਹਨੂੰ ਪਤਾ ਲੱਗ ਜਾਂਦਾ ਕਿ ਸਭ ਕੁਝ ਹੋ ਸਕਦਾ ਹੈਗਾ। ਨਾਮ ਦੀ ਸ਼ਕਤੀ ਦੇ ਕਮਾਲ ਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਅਗਰ ਕਿਣਕਾ ਇੱਕ ਜਿਸ ਜੀਵ ਵਸਾਵੇ ਉਹ ਨਾਮ ਦੀ ਕਣੀ ਜਿਸ ਦੇ ਹਿਰਦੇ ਵਿੱਚ ਇੱਕ ਵਾਰੀ ਵਸ ਗਈ ਹੈ ਨਾ, ਫਿਰ ਕਹਿੰਦੇ ਤਾਂ ਕਿ ਮਹਿਮਾ ਗਣੀ ਨਾ ਆਵੇ, ਫਿਰ ਉਹਦੀ ਮਹਿਮਾ ਗਿਣਤੀ ਵਿੱਚ ਨਹੀਂ ਹੁੰਦੀ। ਜਦੋਂ ਜੀਵ ਨੂੰ ਨਾਮ ਦੀ ਵਿਲੱਖਣਤਾ ਦਾ, ਨਾਮ ਦੀ ਵਡਿਆਈ ਦਾ ਇਹ ਜਦੋਂ ਗਿਆਨ ਹੋ ਜਾਂਦਾ ਨਾ, ਫਿਰ ਜੀਵ ਸੱਚੇ ਦਿਨੋਂ ਪ੍ਰੇਮ, ਸ਼ਰਧਾ ਅਤੇ ਸਤਿਕਾਰ ਦੇ ਨਾਲ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਜਿਹੜੇ ਹਨ ਪੂਰਾ ਗੁਰੂ ਹੈ ਕਿਰਪਾ ਕਰਦਾ, ਫਿਰ ਇਹਨੂੰ ਨਾਮ ਦਿੰਦਾ ਹੈ ਜਪਣ ਵਾਸਤੇ। ਜਿਉਂ ਫਿਰ ਇਹ ਜੀਵ ਨਾ ਨਾਮ ਜਪਦਾ ਹੈਗਾ, ਨਾਮ ਜਪਦੇ ਜਪਦੇ ਇਹਨੂੰ ਫਿਰ ਸੋਝੀ ਆਉਣ ਲੱਗ ਪੈਂਦੀ ਹੈ। ਸੋ ਫਿਰ ਇਹਨੂੰ ਪਤਾ ਲੱਗ ਜਾਂਦਾ ਹੈਗਾ ਕਿ ਇਹ ਜਿਹੜਾ ਨਾਮ ਦਾ ਜਾਪ ਹੈ ਨਾ, ਹੌਲੀ ਹੌਲੀ ਮੇਰੇ ਅੰਦਰ ਕਈਆਂ ਅਵਸਥਾ ਵਿੱਚ, ਕਈਆਂ ਸਟੇਜਾਂ ਵਿੱਚ ਹੁੰਦਾ ਹੋਇਆ ਮੈਨੂੰ ਉਸ ਮੁਕਾਮ ਦੇ ਵਿੱਚ ਲੈ ਜਾਏਗਾ, ਜਿਸ ਮੁਕਾਮ ਨੂੰ ਅਸੀਂ ਨਾ ਵਾਹਿਗੁਰੂ ਜੀ ਦਾ ਘਰ ਕਹਿੰਦੇ ਹਾਂ, ਉਹਦਾ ਦਰ ਕਹਿੰਦੇ ਹਾਂ। ਸੋ ਫਿਰ ਉਹਨੂੰ ਹੌਲੀ ਹੌਲੀ ਫਿਰ ਗਿਆਨ ਖੰਡ ਦੇ ਵਿੱਚ ਇੱਕ ਨਹੀਂ ਬਹੁਤ ਸਾਰੀਆਂ ਗੱਲਾਂ ਦੀ ਸੋਝੀ ਆਉਣ ਲੱਗ ਪੈਂਦੀ ਹੈਗੀ ਆ। ਉਹਨੂੰ ਇਸ ਚੀਜ਼ ਦਾ ਇਲਮ ਹੋ ਜਾਂਦਾ ਕਿ ਪਿੰਗਲ ਪਰਬਤ ਪਾਰ ਪੜੇ ਖਲ ਚਤਰ ਬਕੀਤਾ ਅੰਧਲੇ ਤ੍ਰੀ ਭਵਨ ਸੋਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ।
ਇਹ ਸਾਰੇ ਨਾ ਵਿਚਾਰ ਜਿਹੜੇ ਹੈ ਗੁਰਬਾਣੀ ਦੇ ਸੰਗਤ ਦੇ ਵਿੱਚ ਫਿਰ ਉਹਦੇ ਅੰਦਰ ਹੈ ਨਾ ਫਿਰ ਪਹੁੰਚਣ ਲੱਗ ਪੈਂਦੇ ਆ, ਖੋਲ੍ਹਣ ਲੱਗ ਪੈਂਦੇ ਆ, ਉਸ ਜੀਵ ਨੂੰ ਫਿਰ ਖੁਸ਼ੀ ਹੋਣ ਲੱਗ ਪੈਂਦੀ ਆ। ਪਰ ਜਿਉਂ-ਜਿਉਂ ਫਿਰ ਉਹ ਨਾਮ ਦੀ ਕਮਾਈ ਕਰਦਾ ਹੈ, ਨਾਮ ਜਪਦਾ ਹੈ, ਹੌਲੀ-ਹੌਲੀ ਨਾਮ ਜਪਦਾ ਪਹਿਲਾਂ ਤਾਂ ਇਹ ਨਾਮ ਉਹਦੇ ਸਾਰੇ ਪਾਪਾਂ ਨੂੰ, ਅੰਦਰ ਜਿੰਨੀ ਵੀ ਮੈਲ ਹੈ ਨਾ, ਇਸ ਮੈਲ ਨੂੰ ਬਾਹਰ ਕੱਢਦਾ ਹੈ, ਧੋ ਕੇ ਇਸ ਮਨੁੱਖ ਨੂੰ ਬਿਲਕੁਲ ਹੈ ਨਾ ਨਿਰਮਲ ਬਣਾ ਦਿੰਦਾ ਹੈਗਾ, ਉੱਚਾ ਕਰ ਦਿੰਦਾ ਹੈ, ਉਹਦੀ ਸੋਚ ਨੂੰ ਉੱਚਾ ਕਰ ਦਿੰਦਾ ਹੈਗਾ, ਉਹਨੂੰ ਹਰੇਕ ਚੀਜ਼ ਦੀ ਜਿਹੜੀ ਨਾ ਸਮਝ ਆ ਫਿਰ ਸਹਿਜ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਚੀਜ਼ ਦਾ ਪਤਾ ਫਿਰ ਜਿਹੜਾ ਹੈ ਨਾ ਲੱਗਣਾ ਲੱਗ ਪੈਂਦਾ ਹੈਗਾ ਕਿ ਭਾਈ ਜਿਸ ਵਾਹਿਗੁਰੂ ਜੀ ਦਾ ਨਾਮ ਹੈ, ਇਸ ਨੂੰ ਨਾਮ ਨੂੰ ਜਪ ਕੇ ਇੱਕ ਦਿਨ ਮੈਂ ਵਾਹਿਗੁਰੂ ਜੀ ਦੇ ਨਾਮ ਦਾ ਭੌਰਾ ਬਣਨਾ ਹੈ, ਨਾਮੀ ਹੋਣਾ ਹੈਗਾ। ਫਿਰ ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਰਹਿ ਜਾਵੇ। ਫਿਰ ਉਹਨੂੰ ਜਿਹੜੇ ਦੁਨੀਆ ਦੇ ਨਾ ਰਸ ਕਸ ਹੈਗੇ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾ, ਇਹਨਾਂ ਰਸਾਂ ਕਸਾਂ ਦੇ ਵਿੱਚ ਜੀਵ ਜਦੋਂ ਫਸਿਆ ਹੁੰਦਾ ਹੈਗਾ, ਫਿਰ ਇਹਨਾਂ ਰਸਾਂ ਕਸਾਂ ਦੇ ਵਿੱਚੋਂ ਉਹਦਾ ਮਨ ਅਚਾਟ ਹੋਣ ਲੱਗ ਪੈਂਦਾ। ਫਿਰ ਇੰਨਾ ਅਚਾਟ ਹੁੰਦਾ ਹੈ ਨਾ, ਫਿਰ ਉਹਨੂੰ ਇਹ ਚੀਜ਼ ਦਾ ਇਲਮ ਹੋਣ ਲੱਗ ਪੈਂਦਾ ਕਿ ਜਿਹੜਾ ਰਸ ਨਾਮ ਜਪਦੇ ਕਿਤੇ ਮੈਨੂੰ ਅਨੁਭਵ ਹੁੰਦਾ ਹੈ ਨਾ, ਉਹ ਜਿਹੜਾ ਅਛਾਲਾ ਅੰਦਰ ਆਉਂਦਾ ਹੈਗਾ, ਜਿਹੜੀ ਪ੍ਰੇਮ ਦੀ ਅੰਦਰ ਚਿਣਗ ਬਣਦੀ ਹੈਗੀ ਆ, ਇੱਕ ਬਿਜਲੀ ਦੀ ਲਹਿਰ ਬਣਦੀ ਹੈਗੀ ਆ, ਫਿਰ ਉਹ ਜਿਹੜੀ ਲਹਿਰ ਵਾ ਨਾ, ਫਿਰ ਦੁਨਿਆਵੀ ਜਿੰਨੇ ਵੀ ਰਸ ਕਸ ਹੈਗੇ, ਇਹਨਾਂ ਸਾਰਿਆਂ 'ਤੇ ਭਾਰੂ ਹੋ ਕੇ ਇਹਨਾਂ ਸਾਰਿਆਂ ਰਸਾਂ ਕਸਾਂ ਨੂੰ ਇੱਕ ਪਾਸੇ ਕਰ ਦਿੰਦੀ ਹੈ। ਫਿਰ ਜੀਵ ਨੂੰ ਇੰਝ ਪ੍ਰਤੀਤ ਹੁੰਦਾ ਹੈਗਾ ਕਿ ਜਿਵੇਂ ਬਹੁਤ ਸਾਰੇ ਜਿਹੜੇ ਨਾ ਪਾਪਾਂ ਦੇ ਬੱਜਰ ਪਾਪ ਪਹਾੜ ਉਹਦੇ ਅੰਦਰ ਬਣੇ ਹੈਗੇ, ਉਹ ਹੌਲੀ ਇਹ ਫਿਰ ਨਾਮ ਰਸ ਦੀ ਚੰਗਿਆੜੀ ਉਹਨਾਂ ਨੂੰ ਢਹਿ ਢੇਰੀ ਕਰ ਦਿੰਦੀ ਹੈ। ਜਿਉਂ-ਜਿਉਂ ਫਿਰ ਇਹ ਪਾਪ ਢਹਿ ਢੇਰੀ ਹੁੰਦੇ ਆ, ਆਤਮਾ ਨਿਰਮਲ ਹੋਣ ਲੱਗ ਪੈਂਦੀ ਆ, ਸ਼ਵਸ਼ ਹੋਣ ਲੱਗ ਪੈਂਦੀ ਆ, ਹੌਲੀ ਫਿਰ ਉਹਦੇ ਅੰਦਰ ਫਿਰ ਨਾਮ ਰਸ ਦੀ ਕਣੀ ਜਾਗਣ ਲੱਗ ਪੈਂਦੀ ਆ। ਫਿਰ ਉਹਦੀ ਰਸਨਾ ਦੇ ਵਿੱਚ ਜਿਉਂ-ਜਿਉਂ ਫਿਰ ਨਾਮ ਦਾ ਰਸ ਬਣਦਾ ਹੈਗਾ, ਇਹ ਜਦੋਂ ਉਹ ਰਸ ਨੂੰ ਮਾਣਦਾ ਹੈਗਾ, ਫਿਰ ਉਹਨੂੰ ਅੰਦਰ ਸੋਝੀ ਹੋਣ ਲੱਗ ਪੈਂਦੀ ਆ। ਆਟੋਮੈਟਿਕ ਹੀ ਵਾਹਿਗੁਰੂ ਜੀ ਜਿਹੜੇ ਆ ਨਾ ਉਹਦੇ ਨਾਲ ਫਿਰ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਆ। ਉਹਨੂੰ ਇਸ ਚੀਜ਼ ਦੀ ਸੋਝੀ ਹੋਣ ਲੱਗ ਪੈਂਦੀ ਆ ਕਿ ਮੇਰੀ ਜਿਹੜੀ ਭਟਕਣਾ ਸੀਗੀ, ਇਹ ਬਾਹਰ ਦੀ ਇਹ ਭਟਕਣਾ ਜਿਹੜੀ ਸੀਗੀ, ਅਸਲ ਦੇ ਵਿੱਚ ਇਹਨੇ ਮੈਨੂੰ ਦੁਖੀ ਕੀਤਾ ਸੀਗਾ। ਮੈਂ ਆਪਣੇ ਜੀਵਨ ਦਾ ਜਿਹੜਾ ਨਿਸ਼ਾਨਾ ਸੀਗਾ, ਜਿਹੜੀ ਖੁਸ਼ੀ ਸੀ, ਜਿਹੜਾ ਖੇੜਾ ਸੀਗਾ, ਜਿਹੜਾ ਦੁਨੀਆ ਦੇ ਬਾਹਰ ਵਿਸ਼ੇ ਵਿਕਾਰਾਂ 'ਚ ਲੱਭਦਾ ਸੀਗਾ, ਉਹ ਮੇਰੇ ਅੰਦਰ ਹੀ ਹੈਗਾ। ਅਤੇ ਮਿਰਗ ਦੀ ਕਸਤੂਰੀ ਵਾਂਗੂ ਅੱਜ ਇਸ ਮਹਿਕ ਨੂੰ ਮੈਂ ਆਪਣੇ ਆਪ ਦੇ ਵਿੱਚੋਂ ਲੱਭ ਲਿਆ ਹੈਗਾ, ਆਪਣੇ ਆਪ ਦੇ ਵਿੱਚੋਂ ਪ੍ਰਾਪਤ ਕਰ ਲਿਆ ਹੈਗਾ। ਫਿਰ ਉਹਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਮੂਲ ਪਛਾਣਦਾ ਹੈਗਾ ਤਾਂ ਸਮਾਂ ਪਾ ਕੇ ਇਸ ਮਨ ਦੇ ਸੁਭਾਅ ਦੀ ਜਿਹੜੀ ਤਬਦੀਲੀ ਉਹਦੇ ਅੰਦਰ ਬਣਦੀ ਹੈ ਕਿ ਮਨ ਬਾਹਰੋਂ ਭਟਕ ਕੇ ਜਦ ਅੰਦਰ ਇੱਕ ਨਾ ਜੁੜਦਾ ਹੈ ਤਾਂ ਉਹਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਕਿ ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਦ ਮਨ ਦੀ ਸਥਿਰਤਾ ਬਣਦੀ ਹੈ, ਫਿਰ ਉਹਦੇ ਦੁਨਿਆਵੀ ਕਾਰਜ ਜਿਹੜੇ ਕਿਸੇ ਟਾਈਮ ਉਹ ਬੜੇ ਜੱਦੋ-ਜਹਿਦ ਜਾਂ ਬੜੀਆਂ ਮੁਸ਼ਕਲਾਂ ਦੇ ਵਿੱਚ ਉਹਨੂੰ ਜਿਹੜੇ ਸੀ ਉਹ ਪ੍ਰਾਪਤ ਹੁੰਦੇ ਸੀ, ਜਾਂ ਇਉਂ ਕਹਿ ਲਓ ਕਿ ਅਗਰ ਉਹਨੂੰ ਦੁਨਿਆਵੀ ਕੋਸ਼ਿਸ਼ਾਂ ਦੇ ਵਿੱਚ ਅਗਰ ਕੋਈ ਕੰਮ ਕਾਰਜ ਦੇ ਵਿੱਚ ਸਿੱਧੀ ਵੀ ਸਫਲਤਾ ਵੀ ਮਿਲ ਜਾਂਦੀ ਸੀ, ਪਰ ਉਹ ਸਫਲਤਾ ਜਿਹੜੀ ਸੀ ਨਾ ਉਹਦੀ ਸਦੀਵ ਹੀ ਨਹੀਂ ਸੀ। ਪਰ ਇੱਥੇ ਜਦ ਉਹ ਨਾਮ ਦੇ ਨਾਲ ਜੁੜਦਾ ਹੈਗਾ, ਮਨ ਦੀ ਇਕਾਗਰਤਾ ਬਣਦੀ ਹੈਗੀ, ਉਹਦੇ ਸਾਰੇ ਕੰਮਾਂ ਕਾਰਾਂ ਦੀ ਜ਼ਿੰਮੇਵਾਰੀ ਵਾਹਿਗੁਰੂ ਜੀ ਫਿਰ ਆਪ ਲੈਂਦੇ ਆ। ਫਿਰ ਉਹਨੂੰ ਇਸ ਚੀਜ਼ ਦਾ ਸਾਰਾ ਗਿਆਨ ਹੋ ਜਾਂਦਾ ਹੈਗਾ ਕਿ ਭਾਈ ਜਿਸ ਨੇ ਨਾਮ ਜਪਿਆ ਹੈ ਨਾ, ਅਸਲ ਦੇ ਵਿੱਚ ਨਾਮ ਜਪਣ ਵਾਲਾ ਹੈ ਨਾ ਸਭ ਤੋਂ ਉੱਪਰ ਹੈ, ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਪਰ ਨਾਮ ਜਪਣ ਦੇ ਨਾਲ ਉਹਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਨਾਮ ਜਪਣ ਵਾਲਾ ਸੁਰਤ ਦੇ ਵਿੱਚ ਉੱਚਾ ਹੋ ਜਾਂਦਾ। ਸਾਰੀਆਂ ਵਾਹਿਗੁਰੂ ਦੀਆਂ ਬਰਕਤਾਂ, ਸ਼ਕਤੀਆਂ ਅਤੇ ਮਿਹਰਬਾਨੀਆਂ ਉਹਦੇ ਖਜ਼ਾਨੇ ਦੇ ਵਿੱਚ ਵਾਹਿਗੁਰੂ ਉਸ ਦੇ ਉੱਤੇ ਇਸ ਤਰ੍ਹਾਂ ਬਾਰਿਸ਼ ਕਰਦਾ ਹੈਗਾ ਮਿਹਰ ਦੀ ਕਿ ਇਹ ਬਾਰਿਸ਼ ਜਿਹੜੀ ਹੈ ਨਾ ਉਹਦੇ ਵਾਸਤੇ ਜਿਉਂ ਇਉਂ ਕਹਿ ਲਓ ਕਿ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਇਹ ਬਾਰਿਸ਼ ਨਾਮ ਦੀ ਕਣੀ ਦੀ ਉਹਨੂੰ ਜੁਗਾਂ ਜਗਾਂਤਰਾਂ ਲਈ ਭਰਪੂਰ ਕਰ ਦਿੰਦੀ ਹੈ। ਅਤੇ ਇਹ ਸਭ ਵਾਹਿਗੁਰੂ ਜੀ ਦੇ ਸਦਕੇ ਮਿਹਰ ਅਤੇ ਵਾਹਿਗੁਰੂ ਦੇ ਬਿਰਧ ਕਰਕੇ ਹੁੰਦੀ ਹੈ। ਸੋ ਇਸ ਕਰਕੇ ਜੀਵ ਨੂੰ ਜਿਹੜਾ ਹੈ ਨਾ ਇਸ ਚੀਜ਼ ਦਾ ਪਤਾ ਫਿਰ ਲੱਗ ਜਾਂਦਾ ਹੈ ਕਿ ਅਸਲ ਦੇ ਵਿੱਚ ਸਚਿਆਰ ਹੋਣਾ ਵਾਹਿਗੁਰੂ ਜੀ ਦੇ ਨਾਲ ਮਨ ਤਨ ਅਤੇ ਧਨ ਕਰਕੇ ਜੁੜਨਾ ਹੈਗਾ। ਜਿਹੜੇ ਜੀਵ ਵਾਹਿਗੁਰੂ ਜੀ ਨਾਲ ਮਨ ਤਨ ਅਤੇ ਧਨ ਕਰਕੇ ਅੰਦਰੋਂ ਜੁੜੇ ਆ,
ਉਹਨਾਂ ਨੇ ਫਿਰ ਵਾਹਿਗੁਰੂ ਜੀ ਦੀ ਖੁਸ਼ੀ ਹਾਸਲ ਕੀਤੀ ਆ ਸੱਚੇ ਅਰਥਾਂ ਦੇ ਵਿੱਚ। ਉਹ ਸੱਚੇ ਅਰਥਾਂ ਦੇ ਵਿੱਚ ਫਿਰ ਸਚਿਆਰ ਹੋਏ, ਕਿਉਂਕਿ ਉਹਨਾਂ ਨੇ ਆਪਣਾ ਆਪ ਮਿਟਾ ਲਿਆ ਹੈਗਾ। ਆਪਣਾ ਆਪ ਮਿਟਾ ਕੇ ਵਾਹਿਗੁਰੂ ਦੀ ਖੁਸ਼ੀਆਂ ਦੇ ਖਜ਼ਾਨੇ ਜਿਹੜੇ ਹਨ ਵਾਹਿਗੁਰੂ ਨੇ ਜਿਹੜੇ ਆਪਣੇ ਹੱਥ 'ਚ ਰੱਖੀ ਸੀ, ਦਾਤੇ ਦਾਤ ਰੱਖੀ ਆ ਤਾਂ ਆਪਣੇ ਜਿਸ ਭਾਵੇ ਤਿਸ ਦੇ, ਫਿਰ ਉਹਦੇ ਪਾਤਰ ਹੋ ਜਾਂਦੇ ਵਾਹਿਗੁਰੂ। ਫਿਰ ਉਹਨੂੰ ਨਾ ਖੁੱਲ੍ਹੇ ਭੰਡਾਰੇ ਬਖਸ਼ ਦਿੰਦਾ। ਜੇ ਉਹ ਕਹਿ ਲਓ ਗੁਰੂ ਨਾਨਕ ਸਾਹਿਬ ਦੇ ਖਜ਼ਾਨਿਆਂ ਦੀ ਚਾਬੀ ਜਿਹੜੀ ਹੈ ਨਾ ਉਸ ਜਗਿਆਸੂ ਨੂੰ, ਉਸ ਪ੍ਰੇਮੀ ਨੂੰ, ਉਸ ਗੁਰਸਿੱਖ ਨੂੰ ਵਾਹਿਗੁਰੂ ਜਿਹੜੀ ਹੈ ਨਾ ਸਦਾ ਵਾਸਤੇ ਦੇ ਦਿੰਦਾ ਹੈ। ਫਿਰ ਉਹਦੇ ਅੰਦਰ ਇਸ ਚੀਜ਼ ਦਾ ਪ੍ਰਕਾਸ਼ ਹੋ ਜਾਂਦਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖਾਂ ਹੀ ਖੁਸ਼ੀਆਂ ਲੱਖਾਂ ਹੀ ਪਾਤਸ਼ਾਹੀਆਂ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਹੈ। ਅਤੇ ਜਦੋਂ ਉਹ ਨਦਰ ਦਾ ਪਾਤਰ ਬਣਦਾ ਹੈਗਾ ਤਾਂ ਫਿਰ ਵਾਹਿਗੁਰੂ ਉਹਨੂੰ ਨਦਰੀ ਨਦਰ ਨਿਹਾਲ ਕਰ ਦਿੰਦਾ। ਉਹਦਾ ਲੋਕ ਸੁਖਿਆ ਵੀ ਹੋ ਜਾਂਦਾ, ਪਰਲੋਕ ਵੀ ਹੋ ਜਾਂਦਾ ਹੈਗਾ। ਉਹ ਜਿਹੜਾ ਆਤਮਾ ਜਿਹੜੀ ਕਿਸੇ ਟਾਈਮ ਇਸ ਕੂੜ ਦੀ ਕੰਧ ਦੇ ਵਿੱਚ ਆਪਣੇ ਆਪ ਦੇ ਵਿੱਚ ਦੁੱਖ ਹੀ ਮਹਿਸੂਸ ਕਰਦੀ ਸੀ, ਇਹ ਕੂੜ ਦੀ ਕੰਧ ਸਾਰੀ ਢਹਿ ਕੇ ਸਾਰੀ ਨਾਸ ਹੋ ਗਏ। ਫਿਰ ਸੱਚ ਦਾ ਮਹਿਲ ਐਸਾ ਬਣਦਾ ਹੈਗਾ ਜਿਸ ਸੱਚ ਦੇ ਮਹਿਲ ਦੇ ਵਿੱਚ ਸਦਾ ਹੀ ਖੁਸ਼ੀਆਂ, ਸਦਾ ਹੀ ਖੇੜੇ, ਸਦਾ ਹੀ ਖੁਸ਼ਬੂਆਂ, ਸਦਾ ਹੀ ਵਿਕਾਸ, ਸਦਾ ਹੀ ਚੜ੍ਹਦੀ ਕਲਾ, ਸਦਾ ਹੀ ਬੇਪਰਵਾਹੀ ਰਹਿੰਦੀ ਹੈ। ਅਤੇ ਇਹ ਸੱਚ ਦਾ ਮਹਿਲ ਹੀ ਉਹਦਾ ਹੈ ਨਾ ਫਿਰ ਸੱਚਖੰਡ ਰੂਪੀ ਜਿਹੜਾ ਹੈ ਨਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਘਰ ਬਣਦਾ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।